जय मसीह दी भैनों ते भरावो, गॉड ब्लैस यू। परमेश्वर ਤੁਹਾਨੂੰ ਸਭ ਨੂੰ ਬਹੁਤ ਬਰਕਤ ਦੇਵੇ, ਆਸ਼ੀਰਵਾਦ ਦੇਵੇ। ਤੇ ਆਓ ਆਪਾਂ ਸਿੱਧਾ ਅੱਜ ਦੇ ਵਚਨ ਦੇ ਵਿੱਚ ਜਾਵਾਂਗੇ। ਆਮੇਨ। ਸੋ ਉਹਦੇ ਵਾਸਤੇ ਆਪਾਂ ਇੱਕ ਵਚਨ ਪੜਾਂਗੇ ਪਰਮੇਸ਼ਰ ਦੇ ਵਚਨ ਵਿੱਚੋਂ, ਜੇਮਸ ਚੈਪਟਰ 1 ਵਰਸ 2 ਐਂਡ 3। ਪੰਜਾਬੀ ਦੇ ਵਿੱਚ ਆਪਾਂ ਪੜਾਂਗੇ। ਭਰਾਵੋ, ਅੱਜ ਆਪਾਂ ਪਰਤਿਆਵਿਆਂ ਦੇ ਬਾਰੇ ਸਿੱਖਣ ਜਾ ਰਹੇ ਹਾਂ। ਅੱਜ ਆਪਾਂ ਟਰਾਇਲਸ ਦੇ ਬਾਰੇ ਸਿੱਖਣ ਜਾ ਰਹੇ ਹਾਂ। ਅੱਜ ਆਪਾਂ ਜਿਹੜੀਆਂ ਸਿਚੁਏਸ਼ਨਸ ਪ੍ਰੋਬਲਮਸ ਆਪਣੀ ਜ਼ਿੰਦਗੀ 'ਚ ਆਉਂਦੀਆਂ ਨੇ ਉਹਦੇ ਬਾਰੇ ਸਿੱਖਣ ਜਾ ਰਹੇ ਹਾਂ। ਆਮੇਨ। ਕੀ ਸਿੱਖਣ ਜਾ ਰਹੇ ਹਾਂ? ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ ਭਰਾਵੋ ਤੇ ਭੈਣੋ ਕਿ ਕਿੰਨਾ ਜ਼ਰੂਰੀ ਹੈ ਕਿ ਉਹਨਾਂ ਪਰਤਿਆਵਿਆਂ ਨੂੰ ਚੰਗੇ ਤਰੀਕੇ ਦੇ ਨਾਲ ਅੰਡਰਸਟੈਂਡ ਕਰਨਾ। ਆਮੇਨ। ਕਿਉਂਕਿ ਜੇ ਤੁਸੀਂ ਸਹੀ ਤਰੀਕੇ ਦੇ ਨਾਲ ਉਹਨਾਂ ਪਰਤਿਆਵਿਆਂ ਨੂੰ ਅੰਡਰਸਟੈਂਡ ਨਹੀਂ ਕਰੋਗੇ ਤਾਂ ਭਰਾਵੋ ਤੇ ਭੈਣੋ ਤੁਸੀਂ ਗਿਆਨ ਦੇ ਨਾਲ ਸਹੀ ਤਰੀਕੇ ਦੇ ਨਾਲ ਉਹਨਾਂ ਪਰਤਿਆਵਿਆਂ ਦੇ ਉੱਤੇ ਐਕਟ ਵੀ ਨਹੀਂ ਕਰ ਪਾਓਗੇ। ਤੇ ਜੇ ਸਹੀ ਤਰੀਕੇ ਦੇ ਨਾਲ ਰੱਬ ਦੇ ਗਿਆਨ ਦੇ ਨਾਲ ਇੱਕ ਪਰਤਿਆਵੇ ਦੇ ਉੱਤੇ ਐਕਟ ਨਾ ਕੀਤਾ ਜਾਵੇ, ਉਹਦੀ ਬਰਕਤ ਆਪਾਂ ਗਵਾ ਲੈਣੀ ਹੈਗੀ ਹੈ। ਆਮੇਨ। ਸੋ ਆਓ ਦੇਖੀਏ ਪ੍ਰਭੂ ਦਾ ਵਚਨ ਕੀ ਆਖਦਾ ਹੈ। ਜੀ ਹਾਂ, ਜੇਮਸ ਚੈਪਟਰ 1 ਵਰਸ 2 ਐਂਡ 3 ਪੜਾਂਗੇ। ਮੇਰੇ ਭਰਾਵੋ, ਤੁਹਾਡੇ ਉੱਤੇ ਜਦੋਂ ਕਦੀ ਵੀ ਕੋਈ ਪ੍ਰੀਖਿਆ ਆਵੇ ਤਾਂ ਤੁਸੀਂ ਉਸ ਨੂੰ ਖੁਸ਼ੀ ਨਾਲ ਸਹਿ ਲਵੋ, ਕਿਉਂਕਿ ਤੁਸੀਂ ਜਾਣਦੇ ਹੀ ਹੋ ਕਿ ਜਦੋਂ ਇਸ ਤਰ੍ਹਾਂ ਦੀਆਂ ਪ੍ਰੀਖਿਆਵਾਂ ਦੁਆਰਾ ਤੁਹਾਡਾ ਵਿਸ਼ਵਾਸ ਸੱਚਾ ਸਿੱਧ ਹੁੰਦਾ ਹੈ ਤਾਂ ਤੁਹਾਡੀ ਸਹਿਣ ਸ਼ਕਤੀ ਵਿੱਚ ਵਾਧਾ ਹੁੰਦਾ ਹੈ। ਵਾਹ। ਪ੍ਰੀਖਿਆਵਾਂ ਦੁਆਰਾ ਆਪਣਾ ਵਿਸ਼ਵਾਸ ਜਿਹੜਾ ਆ ਉਹ ਸੱਚਾ ਸਿੱਧ ਹੁੰਦਾ ਹੈ। ਦੇਖੋ ਤੁਸੀਂ, ਲੇਕਿਨ ਦੇਖਣ ਵਾਲੀ ਗੱਲ ਤੇ ਇਹ ਆ ਕਿ ਪ੍ਰੀਖਿਆਵਾਂ ਜਦੋਂ ਆਉਣ, ਤੁਸੀਂ ਉਹਨੂੰ ਖੁਸ਼ੀ ਦੀ ਗੱਲ ਮੰਨ ਕੇ, ਖੁਸ਼ੀ ਦੀ ਗੱਲ ਸਮਝ ਕੇ, ਖੁਸ਼ੀ ਦੇ ਨਾਲ ਤੁਸੀਂ ਉਹਨਾਂ ਨੂੰ ਸਵੀਕਾਰ ਕਰੋ। ਹੁਣ ਤੁਸੀਂ ਸੋਚੋ, ਜੇ ਪ੍ਰੀਖਿਆਵਾਂ ਸ਼ੈਤਾਨ ਵੱਲੋਂ ਹੁੰਦੀਆਂ, ਦੁਸ਼ਮਣ ਵੱਲੋਂ ਹੁੰਦੀਆਂ, ਜਾਂ ਪ੍ਰੀਖਿਆਵਾਂ ਇੱਧਰੋਂ ਉੱਧਰੋਂ ਹੁੰਦੀਆਂ, ਤੇ ਪਰਮੇਸ਼ਰ ਕਦੇ ਕਹਿੰਦਾ ਜੇ ਪ੍ਰੀਖਿਆਵਾਂ ਆਪਾਂ ਨੂੰ ਡਿਸਟਰੋਏ ਕਰਨ ਆਉਣ, ਜੇ ਪ੍ਰੀਖਿਆਵਾਂ ਆਪਾਂ ਨੂੰ ਤੋੜਨ ਆਉਣ, ਆਪਾਂ ਨੂੰ ਮਾਰਨ ਆ ਰਹੀਆਂ ਨੇ, ਆਪਾਂ ਨੂੰ ਖਰਾਬ ਕਰਨ ਆ ਰਹੀਆਂ ਨੇ, ਆਪਾਂ ਨੂੰ ਕਹਿ ਲਓ ਕਿ ਬਿਲਕੁਲ ਡਿਸਟਰੋਏ ਕਰਨ ਵਾਸਤੇ ਆ ਰਹੀਆਂ ਨੇ, ਤਾਂ ਪਰਮੇਸ਼ਰ ਕਹਿੰਦਾ ਕਦੇ ਕਿ ਤੁਸੀਂ ਪ੍ਰੀਖਿਆਵਾਂ ਨੂੰ, ਜਦੋਂ ਪ੍ਰੀਖਿਆਵਾਂ ਆਉਣ, ਖੁਸ਼ੀ ਦੇ ਨਾਲ ਤੁਸੀਂ ਉਹਨਾਂ ਨੂੰ ਸਹਿ ਲਵੋ ਜਾਂ ਉਹਨਾਂ ਨੂੰ ਲੈ ਲਵੋ, ਕਿਉਂਕਿ ਉਹ ਗਾਹਾਂ ਜਾ ਕੇ ਤੁਹਾਨੂੰ ਬਰਕਤ ਦੇਣਗੀਆਂ। ਨਹੀਂ, ਸੋ ਇੱਥੋਂ ਆਪਾਂ ਨੂੰ ਇਹ ਪਤਾ ਲੱਗਦਾ ਭਰਾਵੋ ਤੇ ਭੈਣੋ ਕਿ ਪ੍ਰੀਖਿਆਵਾਂ ਜਿਹੜੀਆਂ ਹੈਗੀਆਂ ਨੇ ਉਹ ਪਰਮੇਸ਼ਰ ਭੇਜ ਰਿਹਾ ਹੈਗਾ ਆ ਆਪਾਂ ਨੂੰ ਬਰਕਤ ਦੇਣ ਦੇ ਵਾਸਤੇ। ਲੇਕਿਨ ਇਹਨਾਂ ਨੂੰ ਸਮਝ ਲੈਣਾ, ਸਹੀ ਤਰੀਕੇ ਦੇ ਨਾਲ ਸਮਝ ਲੈਣਾ ਬਹੁਤ ਜ਼ਰੂਰੀ ਆ, ਕਿਉਂਕਿ ਜੇ ਸਮਝਾਂਗੇ ਨਹੀਂ ਤਾਂ ਇਹਨਾਂ ਤੇ ਆਪਾਂ ਐਕਟ ਨਹੀਂ ਕਰ ਪਾਵਾਂਗੇ ਸਹੀ ਤਰੀਕੇ ਦੇ ਨਾਲ। ਸੋ ਆਓ ਅੱਜ ਮੈਂ ਤੁਹਾਡੇ ਨਾਲ 10 ਪੁਆਇੰਟ ਚੜ੍ਹਦਣੇ ਸ਼ੇਅਰ ਕਰਾਂਗਾ। ਪਹਿਲੇ ਨੰਬਰ ਤੇ ਆਪਾਂ ਜਾਵਾਂਗੇ ਜੋਨਾਸ ਚੈਪਟਰ 1 ਵਰਸ 12 ਐਂਡ 15। ਪਹਿਲਾ ਪੁਆਇੰਟ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾਵਾਂਗਾ ਉਹ ਇਹ ਆ ਕਿ ਇਹ ਜਾਣ ਲੈਣਾ ਜ਼ਰੂਰੀ ਆ, ਹਰ ਪ੍ਰੀਖਿਆ ਦੇ ਵਿੱਚ ਇਹ ਜਾਣ ਲੈਣਾ ਜ਼ਰੂਰੀ ਆ ਕਿ ਹਰ ਪ੍ਰੀਖਿਆ ਦੇ ਉੱਤੇ ਸਾਡਾ ਪਰਮੇਸ਼ਰ ਪੂਰੇ ਕੰਟਰੋਲ ਦੇ ਵਿੱਚ ਹੈ। ਜਾਨੀ ਕਿ ਰੱਬ 100% ਕਾਬੂ ਰੱਖਦਾ ਹੈ ਹਰ ਪ੍ਰੀਖਿਆ ਦੇ ਵਿੱਚ। ਉਸ ਪ੍ਰੀਖਿਆ ਦੀ ਜਿੰਨੀ ਵੀ ਗੰਭੀਰਤਾ ਹੈ, ਜਿੰਨੀ ਵੀ ਇੰਟੈਂਸਿਟੀ ਹੈ, ਜਿੰਨੀ ਵੀ ਖਰਾਬ ਆ ਪ੍ਰੀਖਿਆ, ਜਿੰਨੀ ਵੀ ਮੁਸ਼ਕਿਲ ਵੱਡੀ ਆ, ਜਿੰਨੀ ਵੀ ਪ੍ਰੋਬਲਮ ਬਹੁਤ ਹੀ ਜ਼ਿਆਦਾ ਡਿਫਿਕਲਟ ਆ, ਉਸ ਦੇ ਵੀ ਉੱਤੇ ਪਰਮੇਸ਼ਰ ਆਪਣਾ ਕੰਟਰੋਲ ਰੱਖਦਾ ਆ। ਸੋ ਪਹਿਲੇ ਨੰਬਰ ਤੇ ਜਾਣਨਾ ਜ਼ਰੂਰੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ ਪ੍ਰਾਪਤ ਬਣਾਓ ਕਿ ਗॉड ਇਜ਼ ਇਨ ਕੰਟਰੋਲ। ਆਮੇਨ। ਅਪਨ ਐਵਰੀ ਸਿੰਗਲ ਟ੍ਰਾਇਲ, every single situation or problem that you're going through, God is in 100% control. Amen. ਸੋ ਪੜਾਂਗੇ ਪਰਮੇਸ਼ਰ ਦਾ ਬੱਚਾ, ਆਪਾਂ ਦੇਖਾਂਗੇ ਜੋਨਾ ਦੀ ਕਹਾਣੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਥੋੜਾ ਜਿਹਾ। ਚੈਪਟਰ 1 ਵਰਸ 12 ਤੋਂ 15 ਤੱਕ ਜਾਵਾਂਗੇ। ਲੇਕਿਨ ਦੇਖਣ ਵਾਲੀ ਗੱਲ ਇਹ ਹੈਗੀ ਹੈ ਕਿ ਜਦੋਂ ਪਰਮੇਸ਼ਰ ਨੇ ਜੋਨਾ ਨੂੰ ਕਿਹਾ ਸੀਗਾ ਵੀ ਜਾ ਕੇ ਦੁਸ਼ਮਣ ਵਾਲੇ ਦੇਸ਼ ਵਿੱਚ ਜਾ ਕੇ ਸੁਨੇਹਾ ਦੇ, ਸੋ ਪਰਮੇਸ਼ਰ ਦਾ ਵਚਨ ਕਹਿੰਦਾ ਕਿ ਉਹ ਜਹਾਜ਼ ਫੜ ਕੇ ਦੂਸਰੇ ਪਾਸੇ ਨੂੰ ਭੱਜ ਲਿਆ ਸੀ। ਲੇਕਿਨ ਜਦੋਂ ਦੂਸਰੇ ਪਾਸੇ ਨੂੰ ਭੱਜ ਕੇ ਜਾ ਰਿਹਾ ਸੀ, ਉਹ ਪਾਣੀ ਦੇ ਜਹਾਜ਼ ਵਿੱਚ ਜਾ ਕੇ ਥੱਲੇ ਬੇਸਮੈਂਟ ਵਿੱਚ ਜਾ ਕੇ ਸੌਂ ਕੇ ਉਹ ਘਰਾੜੇ ਮਾਰਨ ਲੱਗ ਗਿਆ। ਤੇ ਬਚਨ ਆਖਦਾ ਹੈ ਕਿ ਉਸ ਪਾਣੀ ਵਾਲੇ ਜਹਾਜ਼ ਦੇ ਉੱਤੇ ਤੂਫਾਨ ਆ ਗਿਆ, ਲਹਿਰਾਂ ਵੱਡੀਆਂ ਵੱਡੀਆਂ ਮਾਰਨ, ਉਸ ਕਹਿ ਲਓ ਕਿ ਪਾਣੀ ਨੂੰ ਚੱਕ ਕੇ ਉਸ ਜਹਾਜ਼ ਦੇ ਉੱਤੇ, ਤੇ ਜਹਾਜ਼ ਗੋਤੇ ਖਾਵੇ ਉੱਪਰ ਥੱਲੇ। ਉਹਨਾਂ ਨੇ ਬਥੇਰਾ ਕੋਸ਼ਿਸ਼ ਕੀਤੀ, ਜਿਹੜੇ ਜਹਾਜ਼ ਨੂੰ ਚਲਾਉਣ ਵਾਲੇ ਸੀਗੇ
ਲੇਕਿਨ ਉਹਨਾਂ ਤੋਂ ਜਹਾਜ਼ ਕਾਬੂ 'ਚ ਨਹੀਂ ਆ ਰਿਹਾ ਸੀਗਾ। ਸੋ ਪਰਮੇਸ਼ਰ ਦਾ ਵਚਨ ਦੱਸਦਾ ਆ ਕਿ ਉਹਨਾਂ ਦੇ ਵਿੱਚੋਂ ਇੱਕ ਕਿਸੇ ਨੇ ਮਹਿਸੂਸ ਕੀਤਾ ਵੀ ਲੈ ਵੀ ਇਸ ਸਮੁੰਦਰ ਦੇ ਵਿੱਚ ਐਡਾ ਵੱਡਾ ਤੂਫਾਨ ਤਾਂ ਕਦੇ ਆਇਆ ਨਹੀਂ, ਵੀ ਸ਼ਾਇਦ ਉਹਨਾਂ ਨੇ ਸੋਚਿਆ ਹੋਵੇ ਵੀ ਮੈਂ ਤਾਂ ਕਦੇ ਦੇਖਿਆ ਨਹੀਂ, ਵੀ ਲੱਗਦਾ ਵੀ ਕੋਈ ਗੜਬੜ ਲੱਗਦੀ ਹੈ, ਕੋਈ ਦਾਲ 'ਚ ਕਾਲਾ ਲੱਗਦਾ ਕੁਛ, ਸਮਥਿੰਗ ਇਜ਼ ਰੋਂਗ, ਐਂ ਲੱਗਦਾ ਵੀ ਕੋਈ ਜਿੱਦਾਂ ਇਹ ਕੋਈ ਖਾਸ ਹੀ ਮੁਸ਼ਕਲ ਛਾਈ ਹੋਈ ਹੈਗੀ ਆ, ਹੈ ਨਾ। ਸੋ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਉਹਨਾਂ ਦੇ ਮਨ ਵਿੱਚ ਆਇਆ ਵੀ ਉਹ ਗੀਟੀਆਂ ਪਾਉਣ, ਅਤੇ ਜਦੋਂ ਉਹਨਾਂ ਨੇ ਗੀਟੀਆਂ ਚੱਕ ਕੇ ਐਂ ਪਾਈਆਂ ਦੇਖਣ ਦੇ ਵਾਸਤੇ ਲੈ ਵੀ ਕੌਣ ਕਸੂਰਵਾਰ ਕੌਣ ਆ, ਅਤੇ ਜਿਹੜੀ ਗੀਟੀ ਸੀਗੀ ਉਹ ਉਸ ਨੰਬਰ ਕਮਰੇ ਦੇ ਨਿਕਲੀ ਜਿਹਦੇ ਵਿੱਚ ਜਾ ਕੇ ਜੋਨਾ ਸੁੱਤਾ ਪਿਆ ਸੀ, ਅਤੇ ਉਹ ਗਏ ਥੱਲੇ ਜਾ ਕੇ ਜੋਨਾ ਨੂੰ ਕੱਢ ਕੇ ਲਿਆਏ, ਅਤੇ ਜੋਨਾ ਕਹਿੰਦਾ ਹਾਂ ਸਹੀ ਕਿਹਾ ਤੁਸੀਂ, ਇਹ ਜਿਹੜਾ ਤੂਫਾਨ ਤੁਹਾਡੇ ਉੱਤੇ ਆਇਆ, ਇਹ ਜਿਹੜੀਆਂ ਇਹ ਤੂਫਾਨ, ਇਹ ਪਾਣੀ, ਇਹ ਝੱਖੜ ਮੀਂਹ ਜਿਹੜਾ ਤੁਹਾਡੇ ਉੱਤੇ ਆ ਰਿਹਾ ਆ, ਤੁਹਾਡਾ ਜਹਾਜ਼ ਡੁੱਬ ਰਿਹਾ, ਡੁੱਬ ਜਾਣਾ, ਇਹ ਬਲਕਿ ਵਾਕਈ ਮੇਰੇ ਕਾਰਨ ਆ ਰਿਹਾ। ਤੁਸੀਂ ਐਂ ਕਰੋ, ਮੈਨੂੰ ਚੱਕੋ ਅਤੇ ਮੈਨੂੰ ਚੱਕ ਕੇ ਮਾਰੋ ਸਮੁੰਦਰ 'ਚ, ਤੁਸੀਂ ਬਚ ਜਾਓਗੇ। ਹੁਣ ਹੈਰਾਨੀ ਵਾਲੀ ਗੱਲ ਇਹ ਆ ਵੀ ਜੋਨਾ, ਆਪਾਂ ਨੂੰ ਪਤਾ ਕਿ ਜੋਨਾ ਜਿਹੜਾ ਆ ਉਹ ਡਿਸਓਬੀਡੀਅੰਸ ਵਿੱਚ ਰੱਬ ਤੋਂ ਦੂਰ ਭੱਜ ਰਿਹਾ ਸੀ, ਲੇਕਿਨ ਹੈਰਾਨੀ ਵਾਲੀ ਗੱਲ ਇਹ ਆ ਕਿ ਜੋਨਾ ਨੂੰ 100% ਪਤਾ ਸੀ ਕਿ ਉਹਦੀ ਜ਼ਿੰਦਗੀ ਦੇ ਵਿੱਚ ਉਹਦਾ ਰੱਬ ਯਹੋਵਾ ਇਜ਼ ਇਨ ਕੰਟਰੋਲ 100%। ਯਾਨੀ ਕਿ ਜੋਨਾ ਨੂੰ ਪਤਾ ਸੀ ਵੀ ਕੁਝ ਵੀ ਹੋ ਜਾਏ ਉਹਦੀ ਜ਼ਿੰਦਗੀ 'ਚ, ਭਾਵੇਂ ਭੱਜ ਰਿਹਾ ਹੋਵੇ, ਭਾਵੇਂ ਉਹ ਆ ਰਿਹਾ ਹੋਵੇ, ਉਹਦੀ ਜ਼ਿੰਦਗੀ ਦੇ ਵਿੱਚ ਇੱਕ ਪੱਤਾ ਵੀ ਨਹੀਂ ਹਿੱਲ ਸਕਦਾ ਰੱਬ ਦੀ ਮਰਜ਼ੀ ਤੋਂ ਬਿਨਾਂ। ਯਾਨੀ ਕਿ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਰੱਬ ਦੀ ਮਰਜ਼ੀ ਤੋਂ ਬਿਨਾਂ। ਜੋਨਾ ਨੂੰ ਪਤਾ ਸੀ ਵੀ ਜੋ ਕੁਝ ਵੀ ਹੋ ਰਿਹਾ ਇਹ ਰੱਬ ਹੀ ਕਰ ਰਿਹਾ, ਉੱਤਰੋਂ ਰੱਬ ਇਜ਼ ਇਨ ਕੰਟਰੋਲ। ਪ੍ਰਭੂ ਦੇ ਬਣਾਓ, ਸੋਚੋ ਤੁਸੀਂ ਧਿਆਨ ਦੇ ਨਾਲ, ਉਹ ਲੋਕ ਜਿਹੜੇ ਰੱਬ ਦੇ ਲਹੂ ਦੇ ਨਾਲ ਧੋਤੇ ਗਏ ਨੇ, ਜਿਨ੍ਹਾਂ ਵਿੱਚ ਪਵਿੱਤਰ ਆਤਮਾ ਵਸਦਾ ਆ, ਜਿਨ੍ਹਾਂ ਨੇ ਨਇਆ ਜਨਮ ਪ੍ਰਾਪਤ ਕਰ ਲਿਆ ਅਤੇ ਨਿਊ ਕ੍ਰੀਏਸ਼ਨ ਬਣ ਗਏ ਨੇ, ਤੁਸੀਂ ਸੋਚ ਸਕਦੇ ਹੋ ਕਿ ਤੁਹਾਡੀ ਜ਼ਿੰਦਗੀ 'ਚ ਕੋਈ ਐਸਾ ਪ੍ਰਤਿਆਵਾ, ਕੋਈ ਐਸੀ ਟਰਾਇਲ, ਕੋਈ ਐਸੀ ਟੈਸਟਿੰਗ, ਕੋਈ ਐਸੀ ਮੁਸ਼ਕਿਲ ਆ ਵੀ ਸਕਦੀ ਆ ਰੱਬ ਦੀ ਮਰਜ਼ੀ ਤੋਂ ਬਿਨਾਂ? ਨਹੀਂ, ਕਿਸੇ ਵੀ ਹਾਲਤ ਵਿੱਚ ਤੁਹਾਡੀ ਜ਼ਿੰਦਗੀ 'ਚ ਕੁਝ ਵੀ ਨਹੀਂ ਹੈ ਹੋ ਸਕਦਾ ਜਿਹੜੀ ਰੱਬ ਦੀ ਮਰਜ਼ੀ ਤੋਂ ਬਿਨਾਂ ਨਾ ਹੋਵੇ। ਪ੍ਰਭੂ ਦੇ ਬਿਨਾਂ, ਆਮੀਨ। ਸੋ ਜਿਹੜੀਆਂ ਵੀ ਟਰਾਇਲਸ, ਜਿਹੜੀਆਂ ਵੀ ਮੁਸ਼ਕਿਲਾਂ, ਜਿਹੜੀਆਂ ਵੀ ਸਿਚੁਏਸ਼ਨ ਤੁਸੀਂ ਜਾਂ ਮੈਂ, ਪ੍ਰਤਿਆਵੇ ਤੁਸੀਂ ਜਾਂ ਮੈਂ ਸਹਿ ਰਹੇ ਹਾਂ, ਵਿੱਚੋਂ ਦੀ ਗੁਜ਼ਰ ਰਹੇ ਹਾਂ, ਪ੍ਰਭੂ ਦੇ ਭੈਣੋ ਇੱਕ ਗੱਲ ਜਾਣ ਲਓ, ਇੱਕ ਗੱਲ ਸਮਝ ਲਓ, God is in control 100%। ਆਮੀਨ। ਤੇ ਜੋਨਾ ਨੂੰ ਇਹ ਪਤਾ ਸੀ। ਦੇਖੋ ਧਿਆਨ ਦੇ ਨਾਲ ਪੜਾਂਗੇ। ਹਾਂਜੀ, ਜੋਨਾ ਚੈਪਟਰ 1 ਵਰਸ 12 ਤੋਂ 15। ਯੋਨਾ ਨੇ ਉਹਨਾਂ ਨੂੰ ਉੱਤਰ ਦਿੱਤਾ, ਮੈਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦੇਵੋ ਅਤੇ ਇਹ ਤੁਹਾਡੇ ਲਈ ਸ਼ਾਂਤ ਹੋ ਜਾਵੇਗਾ। ਮੈਂ ਜਾਣਦਾ ਹਾਂ ਕਿ ਤੁਹਾਡੇ ਲਈ ਇਸ ਤੂਫਾਨ ਦਾ ਕਾਰਨ ਕੇਵਲ ਮੈਂ ਹੀ ਹਾਂ। ਮੈਂ ਜਾਣਦਾ, ਕਹਿੰਦਾ ਮੈਂ ਜਾਣਦਾ ਹਾਂ, ਉਹਨੂੰ ਪਤਾ ਆ, ਕਹਿੰਦਾ ਤੁਹਾਡੇ ਲਈ ਇਹ ਤੂਫਾਨ ਦਾ ਕਾਰਨ ਮੈਂ ਹੀ ਹਾਂ। ਜੋਨਾ ਜਾਣਦਾ ਸੀ ਕਿ ਕੋਈ ਤੂਫਾਨ ਉਹਦੀ ਜ਼ਿੰਦਗੀ 'ਚ ਆ ਨਹੀਂ ਸਕਦਾ ਰੱਬ ਦੀ ਮਰਜ਼ੀ ਤੋਂ ਬਿਨਾਂ, ਤੇ ਜੋਨਾ ਨੂੰ ਪਤਾ ਸੀ ਕਿ ਉਹ ਭੱਜ ਰਿਹਾ ਸੀ ਤਾਂ ਹੀ ਪਰਮੇਸ਼ਰ ਤੂਫਾਨ ਭੇਜ ਰਿਹਾ ਸੀ, ਤਾਂ ਉਹਨੂੰ ਪਤਾ ਸੀ ਵੀ ਕਾਰਨ ਉਹੀ ਆ। ਅੱਗੇ ਦੇਖੋ। ਜਹਾਜ਼ਰਾਨਾਂ ਨੇ ਆਪਣਾ ਪੂਰਾ ਯਤਨ ਲਾ ਕੇ ਜਹਾਜ਼ ਨੂੰ ਕੰਢੇ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਇਸ ਵਿੱਚ ਸਫਲ ਨਾ ਹੋ ਸਕੇ ਕਿਉਂਕਿ ਤੂਫਾਨ ਹੋਰ ਖਤਰਨਾਕ ਹੋ ਰਿਹਾ ਸੀ। ਇਸ ਲਈ ਉਹਨਾਂ ਨੇ ਪ੍ਰਭੂ ਨੂੰ ਪੁਕਾਰਿਆ ਅਤੇ ਕਿਹਾ, ਹੇ ਪ੍ਰਭੂ, ਸਾਡੀ ਪ੍ਰਾਰਥਨਾ ਹੈ ਕਿ ਕੇਵਲ ਇਸ ਇੱਕ ਆਦਮੀ ਦੀ ਖਾਤਰ ਹੀ ਸਾਡਾ ਸਾਰਿਆਂ ਦਾ ਨਾਸ਼ ਨਾ ਹੋਣ ਦੇ। ਸਾਨੂੰ ਇਸ ਨਿਰਦੋਸ਼ ਦੇ ਲਹੂ ਦੇ ਜ਼ਿੰਮੇਵਾਰ ਨਾ ਠਹਿਰਾ। ਹੇ ਪ੍ਰਭੂ, ਇਹ ਸਭ ਤੇਰੀ ਇੱਛਾ ਦੇ ਅਨੁਸਾਰ ਹੀ ਹੋ ਰਿਹਾ ਹੈ। ਫਿਰ ਉਹਨਾਂ ਜੋਨਾ ਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿੱਤਾ ਅਤੇ ਸਮੁੰਦਰ ਇੱਕਦਮ ਸ਼ਾਂਤ ਹੋ ਗਿਆ। ਇੱਕਦਮ ਸ਼ਾਂਤ ਹੋ ਗਿਆ। ਇੱਥੋਂ ਉਹਨਾਂ ਦਾ ਈਮਾਨ ਹੋਰ ਵੀ ਵੱਧ ਗਿਆ ਕਿ ਵਾਕਈ ਰੱਬ ਦਾ ਹੱਥ ਸੀਗਾ ਇਹਦੇ ਪਿੱਛੇ। ਜਾਣੀ ਕਿ ਜਿਹੜੇ ਕਿਸ਼ਤੀ ਵਾਲੇ ਸੀਗੇ, ਸਮੁੰਦਰੀ ਜਹਾਜ਼ ਵਾਲੇ ਸੀ, ਉਹਨਾਂ ਨੂੰ ਪਤਾ ਸੀ ਵੀ ਰੱਬ ਦਾ ਹੀ ਹੱਥ ਹੈ ਇਹਦੇ ਪਿੱਛੇ। ਸੋਚੋ ਪ੍ਰਭੂ ਦੇ ਭਰਾ, ਬਾਈਬਲ ਦੇ ਵਿੱਚ ਤੁਸੀਂ ਜਿੱਥੇ ਵੀ ਜਾ ਕੇ ਪੜ੍ਹ ਲਓ, ਜਿਹੜੀ ਵੀ ਕਹਾਣੀ ਤੁਸੀਂ ਦੇਖ ਲਓ, ਪ੍ਰਭੂ ਤੇ ਭੈਣੋ, ਹਰ ਬੰਦੇ ਦੀ ਜ਼ਿੰਦਗੀ 'ਚ ਜਦੋਂ ਵੀ ਪਰਤਿਆਵੇ ਆਏ ਨੇ, ਜਦੋਂ ਵੀ ਟੈਸਟਿੰਗ ਆਈ ਆ, ਪ੍ਰਭੂ ਤੇ ਭੈਣੋ ਰੱਬ ਕੰਟਰੋਲ 'ਚ ਰਿਹਾ ਆ। ਆਮੀਨ। ਤੇ ਉਹਨਾਂ ਇਨਸਾਨਾਂ ਨੇ, ਉਹਨਾਂ ਲੋਕਾਂ ਨੇ, ਪਰਮੇਸ਼ਰ ਦੇ ਸੇਵਕਾਂ ਨੇ ਜਾਣਿਆ ਕਿ ਗੋਡ ਇਜ਼ ਇਨ ਕੰਟਰੋਲ। ਤੁਹਾਡੀ ਜ਼ਿੰਦਗੀ 'ਚ ਵੀ ਕੁਝ ਨਹੀਂ ਹੋ ਸਕਦਾ ਪਰਮੇਸ਼ਰ ਦੀ ਮਰਜ਼ੀ ਤੋਂ ਬਿਨਾਂ। ਜਾਣ ਲਵੋ, ਉਸ ਟਰਾਇਲ ਦੇ ਖਿਲਾਫ ਲੜੋ ਨਾ, ਉਸ ਪ੍ਰੋਬਲਮ ਦੇ ਖਿਲਾਫ, ਉਸ ਪਰਤਿਆਵੇ ਦੇ ਖਿਲਾਫ ਲੜੋ ਨਾ।
बल्कि जान लवो कि गॉड इज इन कंट्रोल। आमीन। की करना है? परमेश्वर तो ज्ञान मंगिए, परमेश्वर तो विजडम मंगिए कि प्रभु जी इस प्रत्यावे दे विचों दी मैं किस तरह तेरे ज्ञान दे नाल, तेरी बरकत दे नाल, तेरे आशीर्वाद दे नाल निकल के जाना है ताकि बरकत ले सके। सो पहले नंबर ते भरावां ते भराओ ये जानना जरूरी है कि गॉड इज इन कंट्रोल। दूसरे नंबर ते ये जानना जरूरी है कि उस प्रत्यावे दे पिछे परमेश्वर दा एक खास मकसद है। कोई प्रत्यावा एवं नहीं आ जाएगा थोड़े उत्ते, ਉਹਦੇ ਪਿੱਛੇ ਰੱਬ ਦਾ ਇੱਕ ਖਾਸ ਮਕਸਦ ਹੈ। ਰੱਬ ਦਾ ਉਹਦੇ ਪਿੱਛੇ ਇੱਕ ਖਾਸ ਰੱਬ ਦੀ ਪਲਾਨ ਹੈ, ਰੱਬ ਦਾ ਖਾਸ ਕਾਰਨ ਹੈ। ਉਹ ਜਿਹੜਾ ਮਕਸਦ ਹੈ ਉਹਦੇ ਪਿੱਛੇ, ਉਸ ਮਕਸਦ ਤੱਕ ਰੱਬ ਤੁਹਾਨੂੰ ਪਹੁੰਚਾਏਗਾ। ਪੁਰਾਣੇ ਨਿਯਮ ਦੇ ਵਿੱਚ, ਨਵੇਂ ਨਿਯਮ ਦੇ ਵਿੱਚ ਜਿੰਨੇ ਵੀ ਪਰਮੇਸ਼ਰ ਦੇ ਸੇਵਕ ਆਪਣੇ ਆਪਣੇ ਮਕਸਦ ਤੱਕ ਪਹੁੰਚੇ ਨੇ, ਆਪਣੇ ਆਪਣੇ ਥਾਵਾਂ ਤੱਕ ਪਹੁੰਚੇ ਨੇ, ਆਪਣੀਆਂ ਆਪਣੀਆਂ ਬਰਕਤਾਂ ਤੱਕ ਪਹੁੰਚੇ ਨੇ, ਰੱਬ ਤੇ ਪਹਿਲਾਂ ਉਸ ਮਕਸਦ ਤੱਕ ਲਿਜਾਣ ਵਾਲਾ ਪਰਮੇਸ਼ਰ ਇਸਤੇਮਾਲ ਕਰਦਾ ਆ ਇੱਕ ਪ੍ਰਤਿਆਵੇ ਨੂੰ, ਇੱਕ ਟੈਸਟ ਨੂੰ ਇਨਸਾਨਾਂ ਦੀ ਜ਼ਿੰਦਗੀ ਦੇ ਵਿੱਚ। ਤੇ ਅੱਜ ਵੀ ਇੱਦਾਂ ਹੀ ਹੁੰਦਾ ਆ। ਸੋ ਜੇ ਤੁਸੀਂ ਪ੍ਰਭੂ ਦੇ ਬਣੋ जोसेफ की जिंदगी देखो, परमेश्वर का वचन कहता है कि जोसेफ एक दिन अपने मकसद तक पहुंच गया, तो जोसेफ एक दिन मिस्र का प्रधानमंत्री जाके बन गया, यानी कि फरौन दा सजात। जोसेफ मिस्र का प्रधानमंत्री जाके पता कदों बनया? क्योंकि ਉਹਦੇ अपने ਭਰਾਵਾਂ ने ਉਹਨੂੰ बेचता ਸੀਗਾ। सोचो तुसी, जे ਉਹ ਪ੍ਰਤਿਆਵਾ जोसेफ की जिंदगी च ना आंदा, वो किसी भी हालत विच इजराइल तो निकल के मिस्र दे विच पहुंच नहीं सकता सी, ते किसी भी हालत विच वो अज प्रधानमंत्री ना बनया हुंदा। गहां जाके उस ही प्रधानमंत्री की गद्दी थाईंदी जोसेफ ने अपने सारे घराने नूं बचा लिया। जदों कह लो कि फैमिन यानी कि खाण ਨੂੰ ਨਹੀਂ ਸੀ, ਪੀਣ ਨੂੰ ਨਹੀਂ ਸੀ, ਬਹੁਤ ਵੱਡਾ ਅਕਾਲ ਦੁਨੀਆ ਦੇ ਉੱਤੇ ਆ ਗਿਆ ਸੀ, ਉਦੋਂ ਮਿਸਰ ਦੇਸ਼ ਦੇ ਵਿੱਚ ਖਾਣ ਨੂੰ ਪੀਣ ਨੂੰ ਸੀ। ਸੋ ਦੇਖੋ ਭਰਾਵੋ ਤੇ ਭੈਣੋ, ਬਾਈਬਲ ਦੇ ਵਿੱਚ ਜਿੰਨੇ ਵੀ ਲੋਕ ਆਪਣੇ ਮਕਸਦ ਤੱਕ ਪਹੁੰਚੇ ਨੇ, ਉਹਨਾਂ ਦੇ ਪਿੱਛੇ ਰੱਬ ਨੇ ਇਸਤੇਮਾਲ ਕੀਤੇ ਪ੍ਰਤਿਆਵੇ। ਅੱਜ ਜਿਹੜੇ ਪ੍ਰਤਿਆਵੇ ਪਰਮੇਸ਼ਰ ਤੁਹਾਡੀ ਜ਼ਿੰਦਗੀ 'ਚ ਇਸਤੇਮਾਲ ਕਰ ਰਿਹਾ ਆ, ਉਹੀ ਪ੍ਰਤਿਆਵੇ ਇੱਕ ਦਿਨ ਤੁਹਾਨੂੰ ਉਸ ਥਾਂ ਤੇ ਪਹੁੰਚਾ ਦੇਣਗੇ, ਉਸ ਮਕਸਦ ਤੱਕ ਲੈ ਕੇ ਜਾਣਗੇ ਜਿੱਥੇ ਪਰਮੇਸ਼ਰ ਚਾਹੁੰਦਾ ਕਿ ਤੁਸੀਂ ਪਹੁੰਚ ਸਕੋ। ਆਮੀਨ। ਸੋ ਪ੍ਰਭੂ ਦੇ ਭਰਾਓ, ਇਹ ਪ੍ਰਤਿਆਵਿਆਂ ਨੂੰ ਅੰਡਰਸਟੈਂਡ ਕਰ ਲੈਣਾ ਬਹੁਤ ਹੀ ਜ਼ਰੂਰੀ ਹੈ, ताकि परमेश्वर का ज्ञान प्राप्त किया जा सके, तो उस ज्ञान के मुताबिक उन्होंने प्रत्याव्यां ते एक्ट किया जाए तो बरकत प्राप्त की जाए। तीसरे नंबर पर प्राप्त आप एक्सोडस चैप्टर 16 वर्स 4 देखांगे। तीसरे नंबर पर यह जान लेना जरूरी है कि सारे जिहड़े प्रत्यावे हैगे ने, उन्हां प्रत्याव्यां नूं डिजाइन परमेश्वर ने इस हिसाब नाल कीता हुंदा आ ताकि तुहानूं बरकत आ सके, थोड़े रूहानी जिंदगी नूं बरकत मिल सके, थोड़े रूहानी ईमान नूं बरकत मिल सके। आमीन। हर प्रत्यावे नूं परमेश्वर ही डिजाइन करदा आ, ओदी किन्नी गहराई आ, वो किन्ना कठिन आ, वो किन्ना मुश्किल आ देख के थोड़ी जिंदगी दे विच किन्नी क ताकत आ सहन दी। क्योंकि प्रभु का वचन कहता है कि परमेश्वर कदे भी किसी उत्ते कोई ऐसे प्रत्यावे नहीं भेजदा जिहड़ा बंदा सह ना सक रहा होवे, यानी कि उस बंदे दी सहन शक्ति नूं देख के परमेश्वर प्रत्याविਆਂ ਨੂੰ डिजाइन कर रहा है ਉਹਦੇ ਤੇ ਭੇਜਣ ਦੇ ਵਾਸਤੇ, ताकि ਤੁਸੀਂ ਉਹਦੇ ਵਿੱਚੋਂ ਦੀ ਗੁਜ਼ਰ ਕੇ ਜਦੋਂ ਜਾਵੋ ਬਰਕਤ ਪ੍ਰਾਪਤ ਕਰ ਸਕੋ। ਆਮੀਨ। ਕੁਝ ਦੀ ਕਿਤਾਬ ਦੇ ਵਿੱਚ ਦੇਖਾਂਗੇ ਐਕਸੋਡਸ 16 ਵਰਸ 4। ਜੀ ਹਾਂ। ਤਦ ਪ੍ਰਭੂ ਨੇ ਮੂਸਾ ਨੂੰ ਕਿਹਾ, ਮੈਂ ਸਵਰਗ ਤੋਂ ਤੁਹਾਡੇ ਲਈ ਭੋਜਨ ਦਾ ਮੀਂਹ ਵਰਾਵਾਂਗਾ ਅਤੇ ਲੋਕ ਹਰ ਰੋਜ਼ ਦਾ ਭੋਜਨ ਜਾ ਕੇ ਇਕੱਠਾ ਕਰਨਗੇ। ਮੈਂ ਉਹਨਾਂ ਨੂੰ ਪਰਖਾਂਗਾ ਵੀ ਕਿ ਉਹ ਮੇਰੀ ਵਿਵਸਥਾ ਦੀ ਪਾਲਣਾ ਕਰਦੇ ਨੇ ਜਾਂ ਨਹੀਂ। ਮੈਂ ਉਹਨਾਂ ਨੂੰ ਪਰਖਾਂਗਾ ਵੀ। ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਹਰ ਰੋਜ਼ ਰੋਟੀ ਦੇਵਾਂਗਾ, ਹਰ ਰੋਜ਼ ਤੁਹਾਨੂੰ ਖੁਰਾਕ ਦੇਵਾਂਗਾ, ਹਰ ਰੋਜ਼ ਤੁਸੀਂ ਸਵੇਰੇ ਸਵੇਰੇ ਉੱਠ ਕੇ ਜਾ ਕੇ
ਮਨ ਜਿਹੜਾ ਹੈਗਾ ਆ ਉਹ ਤੁਸੀਂ ਉੱਥੋਂ ਲੈ ਕੇ ਆਉਣਾ ਆ, ਲੇਕਿਨ ਮੈਂ ਤੁਹਾਨੂੰ ਪਰਖਾਂਗਾ ਵੀ ਕਿ ਤੁਸੀਂ ਆਗਿਆਕਾਰੀ ਹੋਵੋਗੇ ਜਾਂ ਨਹੀਂ ਹੋਵੋਗੇ ਹੈ। ਜਾਣੀ ਕਿ ਪਰਮੇਸ਼ਰ ਪਰਖਣ ਦੇ ਵਾਸਤੇ ਪਰਤਿਆਵਿਆਂ ਨੂੰ ਇਸਤੇਮਾਲ ਕਰਦਾ ਆ, ਡਿਜ਼ਾਈਨ ਕਰਦਾ ਆ ਹਰ ਇਨਸਾਨ ਦੇ ਉੱਤੇ ਵੱਖਰੇ ਵੱਖਰੇ ਤਰੀਕੇ ਦੇ ਨਾਲ ਹੈ। ਸੋ ਇਹ ਪਰਤਿਆਵੇ ਖਾਸ ਤੌਰ ਤੇ ਡਿਜ਼ਾਈਨ ਕੀਤੇ ਜਾਂਦੇ ਨੇ। ਜਿਹੜੇ ਵੀ ਪਰਤਿਆਵੇ ਤੁਸੀਂ ਤੁਹਾਡੀ ਜ਼ਿੰਦਗੀ 'ਚ ਆ ਰਹੇ ਨੇ ਭਰਾਵੋ, ਉਹ ਵੀ ਖਾਸ ਤੌਰ ਤੇ ਡਿਜ਼ਾਈਨ ਕੀਤੇ ਜਾਂਦੇ ਨੇ ਤੁਹਾਡੇ ਹੀ ਈਮਾਨ ਦੇ ਮੁਤਾਬਿਕ। ਜੇ ਤੁਹਾਨੂੰ ਲੱਗਦੇ ਨੇ ਕਿ ਤੁਹਾਡੇ ਪਰਤਿਆਵੇ ਜ਼ਿਆਦਾ ਸਟਰੋਂਗ ਨੇ, ਮੈਂ ਦੱਸਣਾ ਚਾਹਾਂਗਾ ਕਿ ਨਹੀਂ ਪ੍ਰਾਪਤ ਤੇ ਪਰਮੇਸ਼ਰ ਨੇ ਜਿਹੜਾ ਪਰਤਾਵੇ ਤੁਹਾਡੇ ਤੇ ਭੇਜੇ ਨੇ ਉਹ ਤੁਹਾਡੀ ਹੀ ਸਹਿਨ ਸ਼ਕਤੀ ਦੇ ਮੁਤਾਬਿਕ ਭੇਜੇ ਗਏ ਨੇ। ਆਮੇਨ। ਇੱਕ ਕਹਾਣੀ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ ਪਰਮੇਸ਼ਰ ਦਾ ਵਚਨ ਆਖਦਾ ਹੈ ਕਿ ਜਿਹੜੇ ਪਰਚਾਵੇ ਹੁੰਦੇ ਨੇ, ਜਿਹੜੀਆਂ ਮੁਸ਼ਕਿਲਾਂ ਹੁੰਦੀਆਂ ਨੇ, ਪਰਮੇਸ਼ਰ ਦਾ ਵਚਨ ਉਹਨੂੰ ਇੱਕ ਸਲੀਬ ਵਾਂਗੂ ਦੱਸਦਾ ਆ ਕਿ ਇਨਸਾਨ ਜਿਹੜਾ ਹੈ ਆਪਣੀ ਸਲੀਬ ਚੁੱਕ ਕੇ ਚੱਲੇ। ਆਮੇਨ। ਤੇ ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਆਪਣੇ ਆਪ ਨੂੰ ਇਨਕਾਰ ਕਰ ਤੇ ਆਪਣੀ ਸਲੀਬ ਚੁੱਕ ਤੇ ਮੇਰੇ ਪਿੱਛੇ ਆ ਜਾ। ਆਪਣੀ ਸਲੀਬ ਚੁੱਕ ਮਤਲਬ ਆਪਣੇ ਪਰਤਿਆਵੇ, ਆਪਣਾ ਫਲੈਸ਼ ਜਿਹੜਾ ਆ, ਆਪਣਾ ਸਰੀਰ ਕਾਮਨਾਵਾਂ ਮਾਰ ਕੇ ਪਰਮੇਸ਼ਰ ਦੇ ਪਿੱਛੇ ਜਾਣਾ। ਤੇ ਜਿਹੜੀਆਂ ਆਪਣੀਆਂ ਪ੍ਰੋਬਲਮਸ ਨੇ, ਜਿਹੜੀਆਂ ਆਪਣੀ ਸਿਚੁਏਸ਼ਨ ਨੇ, ਉਹ ਆਪਣੀ ਸਲੀਬ ਆ ਜਿਹੜਾ ਆਪਾਂ ਚੁੱਕ ਕੇ ਚੱਲਦੇ ਹਾਂ। ਸੋ ਇੱਕ ਬੰਦਾ ਪਰਮੇਸ਼ਰ ਕੋਲ ਆਇਆ ਤੇ ਪਰਮੇਸ਼ਰ ਨੂੰ ਕਹਿੰਦਾ ਕਿ ਪਰਮੇਸ਼ਰ, ਮੇਰੀ ਸਲੀਬ ਜਿਹੜੀ ਹੈਗੀ ਆ ਬਹੁਤ ਭਾਰੀ ਆ, ਮੈਂ ਬਿਲਕੁਲ ਵੀ ਇਸ ਚੀਜ਼ ਨਾਲ ਪਸੰਦ ਨਹੀਂ ਗਾ ਕਿ ਤੂੰ ਮੈਨੂੰ ਇੰਨੀ ਭਾਰੀ ਸਲੀਬ ਦਿੱਤੀ ਆ। ਹਾਂ, ਮੈਂ ਕਿਸੇ ਵੀ ਹਾਲਤ ਵਿੱਚ ਇਹ ਸਲੀਬ ਜਿਹੜੀ ਹੈਗੀ ਆ ਉਹ ਲੈ ਕੇ ਅੱਗੇ ਨਹੀਂ ਚੱਲ ਸਕਾਂਗਾ। ਸੋ ਪਰਮੇਸ਼ਰ ਉਹਨੂੰ ਦਿਖਾਉਂਦਾ ਆ ਸੁਪਨੇ ਦੇ ਵਿੱਚ ਕਿ ਬਈ ਜੇ ਤੇਰੀ ਸਲੀਬ ਭਾਰੀ ਆ ਤੇ ਤੂੰ ਐਂ ਕਰ ਤੇ ਤੂੰ ਜਾ ਕੇ ਇਹ ਸਲੀਬ ਇੱਕ ਕਮਰੇ 'ਚ ਰੱਖ ਦੇ ਤੇ ਉਹ ਕਮਰੇ ਵਿੱਚ ਹੋਰ ਵੀ ਸਲੀਬਾਂ ਪਈਆਂ ਨੇ ਤੇ ਉਹ ਉਹਨਾਂ ਸਲੀਬਾਂ 'ਚ ਕੋਈ ਸਲੀਬ ਚੁੱਕ ਕੇ ਤੂੰ ਬਾਹਰ ਨੂੰ ਆ ਜਾ। ਤੇ ਉਸ ਕਮਰੇ ਵਿੱਚ ਗਿਆ ਤੇ ਉਹ ਕਮਰੇ 'ਚ ਕਾਫੀ ਹਨੇਰਾ ਸੀ, ਨਜ਼ਰ ਨਹੀਂ ਆ ਰਿਹਾ ਸੀਗਾ ਉਹਨੂੰ, ਲੇਕਿਨ ਉਹਨੇ ਆਪਣੀ ਸਲੀਬ ਛੱਡਤੀ ਉੱਥੇ ਤੇ ਉਹਨੇ ਦੂਸਰੀ ਸਲੀਬ ਨਾਲ ਦੀ ਚੱਕੀ ਤੇ ਜਦੋਂ ਦੂਸਰੀ ਨਾਲ ਦੀ ਸਲੀਬ ਚੱਕੀ ਉਹ ਤਾਂ ਉੱਥੇ ਚੱਕੀ ਨਾ ਜਾਵੇ ਤੇ ਫਿਰ ਇੱਕ ਹੋਰ ਨਾਲ ਸਲੀਬ ਪਈ ਸੀ ਉਹ ਵੀ ਚੱਕੀ। ਜਿਹਨੂੰ ਚੱਕ ਕੇ ਉਹਨੇ ਆਪਣੇ ਮੋਢੇ ਤੇ ਰੱਖੀ, ਬਹੁਤ ਜ਼ਿਆਦਾ ਭਾਰੀ, ਹਿੱਲ ਵੀ ਨਹੀਂ ਸਕਿਆ ਉਹ। ਫਿਰ ਉਹ ਤੋਂ ਬਾਅਦ ਉਹ ਵੀ ਛੱਡਤੀ, ਉਹਨੇ ਇੱਕ ਹੋਰ ਚੱਕ ਲਈ ਤੇ ਜਦੋਂ ਉਹ ਚੱਕੀ ਉਹ ਤਾਂ ਪੁੱਛੋ ਹੀ ਨਾ, ਕਹਿ ਲਓ ਕਿ ਇੰਨੀ ਜ਼ਿਆਦਾ ਮੋਟੀ ਸੀਗੀ ਤੇ ਉਹ ਚੱਕੀ ਨਹੀਂ ਗਈ ਚੰਗੀ ਤਰ੍ਹਾਂ। ਫਿਰ ਉਹ ਤੋਂ ਬਾਅਦ ਉਹਨੇ ਹੋਰ ਵੀ ਵੱਖਰੀਆਂ ਸਲੀਬਾਂ ਚੈੱਕ ਕੀਤੀਆਂ ਤੇ ਫਿਰ ਜਾ ਕੇ ਉਹ ਇੱਕ ਹੋਰ ਸਲੀਬ ਤੇ ਹੱਥ ਪਾਇਆ, ਉਹਨੇ ਇਹਨੂੰ ਚੱਕ ਕੇ ਮੋਢੇ ਤੇ ਪਾਇਆ। ਉਹਨੇ ਆਖਿਆ ਹਾਂ ਵੀ ਇਹ ਠੀਕ ਆ ਤੇ ਉਹ ਸਲੀਬ ਚੱਕ ਕੇ ਉਹ ਬਾਹਰ ਨਿਕਲਿਆ, ਕਹਿੰਦਾ ਹਾਂ ਇਹ ਠੀਕ ਆ। ਤੇ ਬਾਅਦ ਵਿੱਚ ਜਦੋਂ ਬਾਹਰ ਆਇਆ ਤਾਂ ਉਹਨੇ ਜਾ ਕੇ ਦੇਖਿਆ ਸਲੀਬ ਵੱਲ, ਉਹਦੀ ਉਹੀ ਸਲੀਬ ਸੀ ਜਿਹੜੀ ਉਹ ਪਹਿਲਾਂ ਉਹਨੇ ਰੱਖੀ ਸੀ ਅੰਦਰ ਜਾ ਕੇ। ਸੋ ਜਾਣੇ ਕਿ ਕਹਿਣ ਵਾਲਾ ਮਤਲਬ ਇਹ ਆ, ਮੇਰਾ ਮਕਸਦ ਇੱਥੇ ਪਰਮੇਸ਼ਰ ਨੂੰ ਪਤਾ ਹੈ ਕਿ ਤੁਹਾਨੂੰ ਕਿਹੜੀ ਸਲੀਬ ਸੂਟ ਕਰਦੀ ਹੈ। ਪਰਮੇਸ਼ਰ ਨੂੰ ਪਤਾ ਹੈ ਕਿ ਤੁਹਾਡੇ ਉੱਤੇ ਕੈਸੇ ਪਰਤਿਆਵੇ ਆਉਣੇ ਚਾਹੀਦੇ ਨੇ ਜਾਂ ਕੈਸੇ ਟੈਸਟਿੰਗ ਆਉਣੀ ਚਾਹੀਦੀ ਆ, ਜਾਂ ਕਿੰਨੀ ਕੁ ਮੁਸ਼ਕਿਲ ਤੁਸੀਂ ਸਹਿ ਸਕਦੇ ਹੋ। ਹਾਂ, ਜੇ ਹੋਰ ਤੁਸੀਂ ਕਹੋ ਪ੍ਰਭੂ ਜੀ ਮੈਨੂੰ ਤਾਂ ਕੋਈ ਸਲੀਬ ਨਹੀਂ ਚਾਹੀਦੀ, ਮੈਨੂੰ ਕੋਈ ਟੈਸਟਿੰਗ ਨਹੀਂ ਚਾਹੀਦੀ, ਮੈਨੂੰ ਕੋਈ ਪਰਤਿਆਵੇ ਨਹੀਂ ਚਾਹੀਦੇ, ਇਹਦਾ ਮਤਲਬ ਤੁਸੀਂ ਆਹ ਕਹਿ ਰਹੇ ਹੋ ਮੈਨੂੰ ਬਰਕਤ ਨਹੀਂ ਚਾਹੀਦੀ। ਇਹਦਾ ਮਤਲਬ ਤੁਸੀਂ ਆਹ ਕਹਿ ਰਹੇ ਹੋ ਮੈਨੂੰ ਗਰੋਥ ਨਹੀਂ ਚਾਹੀਦੀ। ਇਹਦਾ ਮਤਲਬ ਆ ਤੁਸੀਂ ਕਹਿ ਰਹੇ ਹੋ ਕਿ ਪਰਮੇਸ਼ਰ ਪਿਤਾ ਮੈਨੂੰ ਤਾਂ ਤੇਰਾ ਆਸ਼ੀਰਵਾਦ ਨਹੀਂ ਚਾਹੀਦਾ। ਕਿਉਂਕਿ ਇੱਕ ਪਰਤਿਆਵੇ ਤੋਂ ਬਿਨਾਂ ਤੁਸੀਂ ਤੀਜੀ ਚੋਂ ਚੌਥੀ 'ਚ ਨਹੀਂ ਜਾ ਕੇ ਬਹਿ ਸਕਦੇ। ਭਾਵੇਂ ਮਾਸਟਰ ਨਹੀਂ ਤੁਹਾਡੇ ਪਾਸਟਰ ਦੀ ਮਾਂ ਹੋਏ, ਫਿਰ ਵੀ ਤੁਸੀਂ ਕਿਸੇ ਵੀ ਹਾਲਤ ਵਿੱਚ ਤੀਜੀ ਜਮਾਤ ਤੋਂ ਚੌਥੀ ਜਮਾਤ 'ਚ ਨਹੀਂ ਜਾ ਕੇ ਬਹਿ ਸਕਦੇ। ਕਿਉਂਕਿ ਪਰਤਿਆਵਿਆਂ ਤੋਂ ਬਿਨਾਂ, ਟੈਸਟ ਦੇਣ ਤੋਂ ਬਿਨਾਂ, ਜੇ ਟੈਸਟ ਨਾ ਦੇਈਏ ਆਪਾਂ ਇੱਕ ਜਮਾਤ ਵਿੱਚੋਂ ਦੂਜੀ ਜਮਾਤ ਵਿੱਚ ਜਾ ਕੇ ਬੈਠ ਨਹੀਂ ਸਕਦੇ। ਸੋਚੋ ਤੁਸੀਂ, ਬਿਲਕੁਲ ਉਸੇ ਤਰੀਕੇ ਦੇ ਨਾਲ ਆਪਣੇ ਜੀਵਨ ਦੇ ਵਿੱਚ, ਆਪਣੀ ਜ਼ਿੰਦਗੀ ਦੇ ਵਿੱਚ ਬਰਕਤ ਨਹੀਂ ਆ ਸਕਦੀ ਜਦ ਤੱਕ ਆਪਾਂ ਟੈਸਟ ਵਿੱਚੋਂ ਨਿਕਲਾਂਗੇ ਨਾ। ਪ੍ਰੋਬਲਮ ਤਾਂ ਕੀ ਆ, ਆਪਾਂ ਬਹੁਤ ਦਫਾ ਟੈਸਟ ਨਾਲ ਲੜਦੇ ਰਹਿ ਜਾਂਦੇ ਆ। ਆਪਾਂ ਬਹੁਤ ਦਫਾ ਆਪਣੇ ਪੂਰੇ ਦਿਲੋਂ ਪਰਮੇਸ਼ਰ ਦੇ ਚਰਨਾਂ 'ਚ ਆ ਕੇ ਉਹਨੂੰ ਆ ਨਹੀਂ ਕਹਿੰਦੇ ਕਿ ਪ੍ਰਭੂ ਜੀ ਸਾਨੂੰ ਆਪਣਾ ਗਿਆਨ ਦੇ, ਸਾਨੂੰ ਆਪਣੀ ਵਿਜ਼ਡਮ ਦੇ, ਸਾਨੂੰ ਦੱਸੋ ਪ੍ਰਭੂ ਜੀ ਕਿ ਇਸ ਟੈਸਟ ਵਿੱਚੋਂ ਦੀ ਮੈਂ ਕਿਸ ਤਰ੍ਹਾਂ ਨਿਕਲ ਕੇ ਜਾਣਾ ਆ, ਮੈਂ ਕਿਸ ਤਰ੍ਹਾਂ ਨਿਕਲ ਕੇ ਜਾਣਾ ਹੈ। ਤੇ ਜਦੋਂ ਮੈਂ ਇਸ ਟੈਸਟ ਵਿੱਚੋਂ ਦੀ ਨਿਕਲ ਕੇ ਜਾਊਂਗਾ ਜਾਂ ਜਾਊਂਗੀ, ਮੈਂ ਫਲੈਸ਼ ਦਾ ਸਾਥ ਨਾ ਲਵਾਂ, ਮੈਂ ਸ਼ੈਤਾਨ ਦਾ ਸਾਥ ਨਾ ਲਵਾਂ, ਮੈਂ ਰੂਹ ਦੇ ਵਿੱਚ ਹੀ ਇਸ ਟੈਸਟ ਵਿੱਚ ਦੀ ਜਾਵਾਂ, ਰੂਹ ਦੇ ਵਿੱਚ ਹੀ। ਤੇ ਰੂਹ ਦੀ ਸਭ ਤੋਂ ਵੱਡੀ ਨਿਸ਼ਾਨੀ ਪਤਾ ਕੀ ਆ? ਪ੍ਰਭੂ ਦਾ ਵਚਨ ਕਹਿੰਦਾ ਜਦੋਂ ਤੁਸੀਂ ਭਾਂਤ ਦੇ ਪ੍ਰਤਿਆਵਿਆਂ ਦੇ ਵਿੱਚੋਂ ਦੀ ਇਹਨੂੰ ਆਨੰਦ ਦੀ ਗੱਲ ਜਾਣੋ, ਜਾਣੀ ਕਿ ਖੁਸ਼ ਹੋਵੋ,
ਪਰਤਿਆਵੇ ਆਉਂਦੇ ਨੇ, ਆਪਣੇ ਮੱਥੇ ਤੇ 3-4 ਤਿਉੜੀਆਂ ਪੈ ਜਾਂਦੀਆਂ ਨੇ। ਪ੍ਰਭੂ ਕੀ ਕਹਿੰਦਾ ਆ? ਪ੍ਰਭੂ ਕਹਿੰਦਾ ਇਹਨੂੰ ਖੁਸ਼ੀ ਦੀ ਗੱਲ ਜਾਣੋ, ਯਾਨੀ ਕਿ ਰੂਹ ਦੇ ਵਿੱਚ ਤੁਸੀਂ ਇਹਨਾਂ ਪਰਤਿਆਵਿਆਂ ਨੂੰ ਸਹਿਣਾ ਹੈ। ਪ੍ਰਭੂ ਦੇ ਭੈਣੋ, ਉਸ ਦੀ ਵਿਜ਼ਡਮ ਪਰਮੇਸ਼ਰ ਤੋਂ ਮੰਗਣੀ ਹੈ। ਤਾਂ ਹੀ ਅੱਜ ਦਾ ਸੁਨੇਹਾ ਜਿਹੜਾ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ ਹਾਂ ਉਹ ਕਿ ਪਰਤਿਆਵਿਆਂ ਨੂੰ ਸਹੀ ਤਰੀਕੇ ਦੇ ਨਾਲ ਅੰਡਰਸਟੈਂਡ ਕਰ ਲੈਣਾ ਬਹੁਤ ਹੀ ਜ਼ਰੂਰੀ ਆ। ਪਹਿਲੇ ਨੰਬਰ ਤੇ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਰੱਬ ਇਜ਼ ਇਨ ਕੰਟਰੋਲ, ਗੋਡ ਇਜ਼ ਇਨ ਕੰਟਰੋਲ 100%। ਦੂਸਰੇ ਨੰਬਰ ਤੇ ਇਹ ਜਾਣ ਲੈਣਾ ਜ਼ਰੂਰੀ ਆ ਕਿ ਉਹ ਪਰਤਿਆਵੇ ਦੇ ਪਿੱਛੇ ਪਰਮੇਸ਼ਰ ਦਾ ਇੱਕ ਮਕਸਦ ਹੈ, ਖਾਸ ਮਕਸਦ ਆ ਤੁਹਾਡੇ ਵਾਸਤੇ। ਤੀਸਰੇ ਨੰਬਰ ਤੇ ਇਹ ਜਾਣ ਲੈਣਾ ਜ਼ਰੂਰੀ ਆ ਕਿ ਉਸ ਪਰਤਿਆਵੇ ਨੂੰ ਪਰਮੇਸ਼ਰ ਨੇ ਖਾਸ ਤਰੀਕੇ ਨਾਲ ਡਿਜ਼ਾਈਨ ਕੀਤਾ ਤੁਹਾਡੇ ਵਾਸਤੇ। ਚੌਥੇ ਨੰਬਰ ਤੇ ਇਹ ਜਾਣ ਲੈਣਾ ਜ਼ਰੂਰੀ ਆ ਬਰਾਬਰ ਤੇ ਭੈਣੋ ਕਿ ਜੇ ਆਪਾਂ ਉਹਨਾਂ ਪਰਤਿਆਵਿਆਂ ਦੇ ਸਾਹਮਣੇ ਬਾਏ ਫੇਥ ਐਕਟ ਕਰਾਂਗੇ ਤਾਂ ਬਰਕਤ ਲਾਂਗੇ। ਯਾਨੀ ਕਿ ਜੇ ਪਰਤਿਆਵੇ ਦੇ ਸਾਹਮਣੇ ਤੁਸੀਂ ਇਮਾਨ ਦੇ ਨਾਲ ਐਕਟ ਨਹੀਂ ਕੀਤਾ, ਤੁਸੀਂ ਬਰਕਤ ਗਵਾ ਲਈ ਆਪਣੀ। ਜਿਸ ਤਰ੍ਹਾਂ ਕਈ ਲੋਕ ਜਿਹੜੇ ਹੈਗੇ ਨੇ ਜਾ ਕੇ ਆਉਂਦੇ ਨੇ ਆਪਣੇ ਡਾਕਟਰ ਕੋਲੇ, ਤੇ ਡਾਕਟਰ ਉਹਨੂੰ ਦੱਸਦਾ ਵੀ ਆਹ ਠੀਕ ਨਹੀਂ, ਉਹ ਠੀਕ ਨਹੀਂ, ਕੰਮ ਖਰਾਬ ਹੀ ਲੱਗਦਾ ਹੈਗਾ ਆ, ਤੇ ਤੁਸੀਂ ਉੱਥੇ ਇਮਾਨ ਦੇ ਨਾਲ ਗੱਲ ਕੀਤੀ ਨਹੀਂ। ਹਾਏ ਹੁਣ ਡਾਕਟਰ ਸਾਹਿਬ ਹੁਣ ਕੀ ਕਰਾਂਗੇ, ਗੱਡੀ 'ਚ ਬਹਿ ਕੇ ਆ ਕੇ ਤੁਸੀਂ ਜਿਹੜੇ ਨਾਲ ਨੇ ਉਹਨਾਂ ਨੂੰ ਵੀ ਆਏ ਹੁਣ ਤਾਂ ਮਰ ਗਏ ਮਾਰਤੇ ਵੀ, ਕੀ ਕਰੀਏ? ਫਿਕਰ ਹੀ ਨਹੀਂ ਕਰਨ ਦੀ ਲੋੜ ਡਾਕਟਰ ਸਾਹਿਬ, ਤੁਸੀਂ ਫਿਕਰ ਨਾ ਕਰੋ ਡਾਕਟਰ ਸਾਹਿਬ, ਪਰਮੇਸ਼ਰ ਜਿਉਂਦਾ ਪਰਮੇਸ਼ਰ ਆ, ਸਾਡਾ ਪਰਮੇਸ਼ਰ ਮਦਦ ਕਰੇਗਾ, ਆਪੇ ਰੱਬ ਕੋਈ ਨਾ ਕੋਈ ਹੱਲ ਕੱਢੇਗਾ। ਡਾਕਟਰ ਸਾਹਿਬ ਤੁਸੀਂ ਫਿਕਰ ਨਾ ਕਰੋ, ਦਿਲ ਛੋਟਾ ਨਾ ਕਰੋ, ਕੋਈ ਗੱਲ ਨਹੀਂ, ਇਹ ਪਰਮੇਸ਼ਰ ਸਾਡਾ ਬਹੁਤ ਮਹਾਨ ਆ, ਤੇ ਉਹ ਇੱਦਾਂ ਦੀਆਂ ਗੱਲਾਂ ਜਿਹੜੀਆਂ ਨੇ ਉਹਨੂੰ ਠੀਕ ਕਰਨ ਦੇ ਵਿੱਚ, ਉਹਨੂੰ ਸਾਫ਼ ਕਰਨ ਵਿੱਚ ਮਾਹਿਰ ਆ। ਫਿਰ ਗੱਡੀ 'ਚ ਆ ਕੇ ਬਹਿ ਗਏ ਤੁਸੀਂ, ਫਿਰ ਤੁਸੀਂ ਆਪਣੇ ਨਾਲ ਦਿਆਂ ਨੂੰ ਕਹਿੰਦੇ ਆ ਫਿਕਰ ਨਾ ਕਰੋ ਮੁੰਡਿਓ ਕੁੜੀਓ, ਡੋਂਟ ਵਰੀ ਅਬਾਊਟ ਇਟ, ਪਰਮੇਸ਼ਰ ਇਜ਼ ਇਨ ਕੰਟਰੋਲ। ਯਾਨੀ ਕਿ ਤੁਸੀਂ ਇਮਾਨ ਦੇ ਨਾਲ ਐਕਟ ਕੀਤਾ, ਪਰਤਿਆਵੇ ਦੇ ਸਾਹਮਣੇ ਤੁਸੀਂ ਵਿਸ਼ਵਾਸ ਦੇ ਨਾਲ ਐਕਟ ਕੀਤਾ। ਪਰਤਿਆਵਾ ਆ ਗਿਆ ਲੇਕਿਨ ਤੁਸੀਂ ਉਸ ਤੇ ਕਾਰੋਬਾਰੀ ਜਿਹੜੀ ਕੀਤੀ, ਕੰਮ ਜਿਹੜਾ ਕੀਤਾ ਉਹ ਇਮਾਨ ਦੇ ਨਾਲ ਕੀਤਾ। ਆਮੀਨ। ਕਿਸ ਤਰ੍ਹਾਂ ਐਕਟ ਕਰਦੇ ਹੋ ਤੁਸੀਂ ਜਦੋਂ ਪਰਤਿਆਵਾ ਆਉਂਦਾ ਹੈ? ਜਦੋਂ ਟੈਸਟ ਆਉਂਦਾ, ਉਸ ਟੈਸਟ ਤੇ ਐਕਟ ਕਰਨਾ ਇਮਾਨ ਦੇ ਨਾਲ ਉਸੇ ਸਮੇਂ ਬਹੁਤ ਜ਼ਰੂਰੀ ਆ। ਬਾਅਦ 'ਚ ਨਹੀਂ, ਉਸੇ ਸਮੇਂ। ਬਾਅਦ 'ਚ ਤਾਂ ਬਹੁਤ ਦਫਾ ਲੋਕ ਬਾਈਬਲ ਵਰਸਿਸ ਭੇਜੀ ਜਾਣਗੇ, ਜਾਂ ਬਾਈਬਲ ਵਰਸਿਸ ਕੋਟ ਕਰੀ ਜਾਣਗੇ, ਜਾਂ ਵੱਡੀਆਂ ਵੱਡੀਆਂ ਦੁਆਵਾਂ ਕਰਨਗੇ ਕੋਟ, ਲੇਕਿਨ ਜਦੋਂ ਟਾਈਮ ਸੀ ਉਦੋਂ ਕੁਛ ਨਹੀਂ ਕਰਦੇ, ਉਦੋਂ ਵਰਗੇ ਵੀ ਮਰਤੇ ਵੇ। ਜਦੋਂ ਮੁਸ਼ਕਿਲ ਆਈ ਉਦੋਂ ਤੁਹਾਡਾ ਰਿਐਕਸ਼ਨ ਕੀ ਸੀ? ਮੈਨੂੰ ਯਾਦ ਆ ਕਿ ਮੇਰਾ ਖਿਆਲ ਹੈ ਪਤਾ ਨਹੀਂ 9ਵੀਂ ਜਾਂ 10ਵੀਂ ਦੀ ਐਗਜ਼ਾਮ ਦੇ ਰਿਹਾ ਸੀ, ਮੇਰਾ ਖਿਆਲ ਹੈ ਕਿ ਮੈਂ ਫਿਜ਼ਿਕਸ ਦਾ ਪੇਪਰ ਸੀਗਾ ਕਰਕੇ ਆਇਆ, ਅਤੇ ਜਾਂ ਮੈਥਮੈਟਿਕਸ ਦਾ ਸੀ, ਮੈਨੂੰ ਚੰਗੀ ਤਰ੍ਹਾਂ ਚੇਤੇ ਨਹੀਂ ਵੈਸੇ। ਲੇਕਿਨ ਜਦੋਂ ਮੈਂ ਘਰੇ ਆਇਆ ਅਤੇ ਡੈਡੀ ਆ ਕੇ ਪੁੱਛਦੇ ਵੀ ਕਿੱਦਾਂ ਰਿਹਾ, ਮੈਂ ਡੈਡੀ ਵਧੀਆ ਰਿਹਾ। ਅਤੇ ਡੈਡੀ ਕਹਿੰਦੇ ਸਾਰਾ ਕੁਛ, ਉਹ ਡੈਡੀ ਕੀ ਕਰਦੇ ਹੁੰਦੇ ਸੀ, ਉਹ ਕਹਿੰਦੇ ਸੀ ਮੈਨੂੰ ਵੀ ਘਰੇ ਆ ਕੇ ਪੇਪਰ ਦੇ ਦਿੰਦੇ ਸੀ ਵੀ ਤੂੰ ਉਹਦੇ 'ਤੇ ਉਵੇਂ ਕਰ ਐਗਜ਼ਾਮ ਜਿਹੜਾ ਤੂੰ ਉੱਥੇ ਕਰਕੇ ਆਇਆ। ਅਤੇ ਮੈਂ ਉੱਦਾਂ ਹੀ ਕਰਦਾ ਸੀ ਪਹਿਲੇ, ਸਾਰੇ ਜਿਸ ਤਰ੍ਹਾਂ ਮੈਂ ਪੇਪਰ 'ਚ ਕਰਕੇ ਆਇਆ ਸੀ ਉੱਥੇ ਹੀ ਕਰਕੇ ਆਇਆ, ਅਤੇ ਕਰਕੇ ਡੈਡੀ ਨੂੰ ਫੜਾਤਾ। ਡੈਡੀ ਨੇ ਦੇਖਿਆ, ਉਹਦੇ 4 ਪੁਆਇੰਟ 5 ਪੁਆਇੰਟ ਜੋੜੇ, ਸਾਰੇ 10-15 ਜੋੜੇ, ਔਰ ਡੈਡੀ ਨੇ ਕਿਹਾ ਵੀ ਇੱਦਾਂ ਆਏਗਾ ਤਾਂ ਤੇਰੇ ਤਾਂ ਮਤਲਬ 85 ਨੰਬਰ ਆ ਜਾਣਗੇ, 85% ਆਉਣਗੇ। ਮੈਂ ਕਿਹਾ ਡੈਡੀ 85% ਨਹੀਂ ਆਣੇ, ਮੇਰੇ 75 ਹੀ ਆਉਣਗੇ। ਅਤੇ ਡੈਡੀ ਕਹਿੰਦੇ ਵੀ ਖਾਤੋਂ? ਮੈਂ ਕਿਹਾ ਡੈਡੀ ਆਹ ਜਿਹੜਾ ਸਵਾਲ ਆ ਇਹ ਮੈਂ ਉੱਥੇ ਇੱਦਾਂ ਨਹੀਂ ਕੀਤਾ, ਮੈਂ ਭੁੱਲ ਹੀ ਗਿਆ। ਇੱਥੇ ਆ ਕੇ ਮੈਨੂੰ ਯਾਦ ਆ ਗਿਆ ਵੀ ਉਹ ਕਿੱਦਾਂ ਸੋਲਵ ਕਰਨਾ ਆ। ਇੱਥੇ ਜਾ ਕੇ, ਇੱਥੇ ਘਰੇ ਆ ਕੇ ਤਾਂ ਮੈਂ ਉਹਨੂੰ ਚੰਗੀ ਤਰ੍ਹਾਂ ਸੋਲਵ ਕਰਤਾ ਸਵਾਲ ਨੂੰ, ਉੱਥੇ ਮੈਂ ਭੁੱਲ ਹੀ ਗਿਆ। ਹੁਣ ਮੈਨੂੰ ਤਾਂ ਆਉਂਦਾ ਸੀ ਲੇਕਿਨ ਉੱਥੇ ਭੁੱਲ ਗਿਆ, ਇੱਥੇ ਘਰੇ ਆ ਕੇ ਸਵਾਲ ਸਾਫ਼ ਕਰਤਾ। ਲੇਕਿਨ ਇਹ ਮਤਲਬ ਨਹੀਂ ਪਾਸ ਹੋ ਗਿਆ, ਜਾਣੀ ਕਿ ਇਹ ਸਵਾਲ 'ਚੋਂ ਮੈਂ ਪਾਸ ਨਹੀਂ ਹੋਇਆ। ਇਹ ਸਵਾਲ ਦੇ ਵਿੱਚ ਤਾਂ ਪਾਸ ਹੁੰਦਾ ਜੇ ਮੈਂ ਉਸ ਟੈਸਟ ਵਿੱਚ ਇਹ ਸਵਾਲ ਮੈਂ ਚੰਗੀ ਤਰ੍ਹਾਂ ਕਰਦਾ, ਲੇਕਿਨ ਉਸ ਟੈਸਟ ਵਿੱਚ ਇਹ ਸਵਾਲ ਮੈਂ ਭੁੱਲ ਗਿਆ ਸੀ, ਮੈਂ ਕੀਤਾ ਨਹੀਂ ਸੀ। ਅਤੇ ਉਹ ਜਿਹੜੇ 5 ਨੰਬਰ ਮੈਨੂੰ ਮਿਲਣੇ, 10 ਨੰਬਰ ਮੈਨੂੰ ਮਿਲਣੇ ਸੀ ਇਸ ਸਵਾਲ ਦੇ, ਉਹ 10 ਨੰਬਰ ਮੈਨੂੰ ਨਹੀਂ ਮਿਲੇ। ਕੀ ਮਤਲਬ ਕਹਿਣ ਦਾ ਮਤਲਬ ਆ, ਜਦੋਂ ਟੈਸਟ ਆਵੇ ਉਦੋਂ ਐਕਟ ਬਾਈ ਫੇਥ। ਜਦੋਂ ਟੈਸਟ ਆਵੇ ਉਦੋਂ ਨਿਸ਼ਚੈ ਨਾਲ ਤੁਸੀਂ ਐਕਟ ਕਰੋ। ਆਮੀਨ। ਉਦੋਂ ਉਸ ਸੈਕਿੰਡ
ਉਸ ਮੋਮੈਂਟ ਦੇ ਵਿੱਚ ਮੈਨੂੰ ਪਤਾ ਕਿ ਜਦੋਂ ਟੈਸਟ ਆਉਂਦਾ ਹੱਥਾਂ ਪੈਰਾਂ ਦੀਆਂ ਪੈ ਜਾਂਦੀਆਂ ਨੇ। ਜਦੋਂ ਮੁਸ਼ਕਿਲ ਆਉਂਦੀ ਆ ਸਾਹ ਨਹੀਂ ਆਉਂਦਾ, ਜਦੋਂ ਮੁਸ਼ਕਿਲ ਆਉਂਦੀ ਆ ਪਤਾ ਨਹੀਂ ਲੱਗਦਾ ਵੀ ਕੀ ਕਰੀਏ ਕੀ ਨਹੀਂ ਕਰੀਏ। ਲੇਕਿਨ ਜੇ ਤੁਸੀਂ ਹੱਥ ਚੱਕ ਕੇ ਕਹਤਾ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੈਂ ਪਰਮੇਸ਼ਰ ਦੀ ਬਰਕਤ ਪ੍ਰੋਕਲੇਮ ਕਰਦਾ ਹਾਂ, ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੈਂ ਪਰਮੇਸ਼ਰ ਦੀ ਵਿਜ਼ਡਮ ਉਹਦੇ ਗਿਆਨ ਮੰਗਦਾ ਹਾਂ, ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੈਂ ਸ਼ੈਤਾਨ ਨੂੰ ਘੂਰਦਾ ਹਾਂ, ਮੈਂ ਬਿਮਾਰੀ ਨੂੰ ਘੂਰਦਾ ਹਾਂ, ਮੈਂ ਤੂਫਾਨ ਨੂੰ ਘੂਰਦਾ ਹਾਂ। ਯਿਸੂ ਨਾਮ ਦੇ ਵਿੱਚ ਜਿੱਤ ਆਪਣੀਆਂ ਰੱਬ ਆਪਣੇ ਨਾਲ ਆ। ਪਰਮੇਸ਼ਰ ਦਾ ਵਚਨ ਕਹਿੰਦਾ ਉਹਦੇ ਦੂਤ ਆਪਣੇ ਨਾਲ ਨੇ, 1000 10,000 ਡਿੱਗਣਗੇ, ਆਪਾਂ ਨੂੰ ਕੋਈ ਚੀਜ਼ ਛੂਹੇਗੀ ਨਹੀਂ, ਟੱਚ ਨਹੀਂ ਕਰੇਗੀ। ਜੇ ਤੁਸੀਂ ਪ੍ਰਭੂ ਦਾ ਨਾਮ ਲੈਤਾ ਨਾ ਉਦੋਂ ਭਰਾਵੋ ਤੇ ਭੈਣੋ ਜਿੱਤ ਤੁਹਾਡੀ ਆ, ਬਰਕਤ ਤੁਹਾਡੀ ਆ। ਆਮੇਨ। ਉਸ ਸਮੇਂ ਐਕਟ ਕਰਨਾ ਉਸ ਟੈਸਟ ਦੇ ਵਿੱਚ ਬਹੁਤ ਜ਼ਰੂਰੀ ਹੈ। ਲੇਕਿਨ ਤਦ ਹੋਏਗਾ ਜਦੋਂ ਤੁਸੀਂ ਜਾਣ ਲਓਗੇ ਵੀ ਇਹ ਟੈਸਟ ਹੈਗੇ ਨੇ ਪ੍ਰਮੇਸ਼ਰ ਵੱਲੋਂ ਆ ਰਹੇ ਨੇ ਤੇ ਪਰਮੇਸ਼ਰ ਇਜ਼ ਇਨ ਕੰਟਰੋਲ, ਤੇ ਉਹੀ ਪਰਮੇਸ਼ਰ ਤੁਹਾਨੂੰ ਵਿਜ਼ਡਮ ਤੇ ਗਿਆਨ ਦੇਵੇਗਾ ਉਸ ਪ੍ਰਤਿਆਵੇ ਦੇ ਵਿੱਚ ਨਿਕਲ ਕੇ ਜਾਣ ਦਾ। ਆਮੇਨ। ਸੋ ਪ੍ਰਭੂ ਦੇ ਮਨੋਂ ਇਹ ਚੌਥੀ ਚੀਜ਼ ਹੈਗੀ ਹੈ ਜਿਹੜੀ ਆਪਾਂ ਅੱਜ ਸਿੱਖੀ ਹੈਗੀ ਆ। ਤੇ 5ਵੇਂ ਨੰਬਰ ਤੇ ਪ੍ਰਭੂ ਦੇ ਭੈਣੋ ਜਾਣਨਾ ਬਹੁਤ ਹੀ ਜ਼ਰੂਰੀ ਆ। ਪੌਲੂਸ ਦੀ ਜ਼ਿੰਦਗੀ ਵਿੱਚ ਆਪਾਂ ਦੇਖਾਂਗੇ, ਪੜਾਂਗੇ ਨਹੀਂ ਆਪਾਂ, ਲੇਕਿਨ ਆਪਾਂ ਪੌਲੂਸ ਦੀ ਜ਼ਿੰਦਗੀ 'ਚ ਦੇਖਾਂਗੇ। 5ਵੇਂ ਨੰਬਰ ਤੇ ਇਹ ਡਿਸਕਵਰ ਕਰ ਲੈਣਾ ਜ਼ਰੂਰੀ ਆ ਕਿ ਕਿਸ ਤਰ੍ਹਾਂ ਉਸ ਟਰਾਇਲ ਥਾਈਂ ਦੀ ਨਿਕਲਣ ਦੇ ਨਾਲ ਤੁਹਾਨੂੰ ਤਾਕਤ ਮਿਲੇਗੀ, ਤੁਹਾਨੂੰ ਸਟਰੈਂਥ ਮਿਲੇਗੀ। ਜਿੰਨੇ ਵੀ ਬਾਈਬਲ ਦੇ ਵਿੱਚ ਲੋਕ ਮੁਸ਼ਕਲਾਂ ਚੋਂ ਨਿਕਲ ਕੇ ਗਏ ਨੇ, ਟਰਾਇਲਸ ਤੋਂ ਨਿਕਲ ਕੇ ਗਏ ਨੇ, ਪ੍ਰਤਿਆਵਿਆਂ ਚੋਂ ਨਿਕਲ ਕੇ ਗਏ ਨੇ, ਉਹ ਬਾਅਦ ਜਾ ਕੇ ਤਕੜੇ ਇਨਸਾਨ ਬਣੇ ਨੇ, ਤਾਕਤਵਰ ਇਨਸਾਨ ਬਣੇ ਨੇ। ਦੇਖੋ ਤੁਸੀਂ, ਜਾਣੀ ਕਿ ਹਰ ਪ੍ਰਤਿਆਵੇ ਦੇ ਬਾਅਦ ਤੁਸੀਂ ਜ਼ਿਆਦਾ ਤਕੜੇ ਹੋਵੋਗੇ। ਉਸ ਬੂਟੇ ਨੂੰ ਦੇਖ ਲਓ ਜਿਹੜਾ ਘਰ ਵਿੱਚ ਲੱਗਿਆ ਹੁੰਦਾ ਆ, ਬੂਟੇ ਨੂੰ ਜਾ ਕੇ ਬਾਹਰ ਰੱਖ ਦਿਓ, ਉਹਨੇ ਮਿੰਟਾਂ 'ਚ ਮੁਰਝਾ ਜਾਣਾ ਧੁੱਪ ਦੇ ਸਾਹਮਣੇ। ਲੇਕਿਨ ਜੇ ਤੁਸੀਂ ਬਾਹਰ ਝਾਤੀ ਮਾਰ ਕੇ ਦੇਖੋ, ਐਸੇ ਵੱਡੇ ਵੱਡੇ ਬੂਟੇ ਲੱਗੇ ਹੋਏ ਨੇ ਜਿਹੜੇ ਧੁੱਪਾਂ 'ਚ ਖੜੇ ਰਹਿੰਦੇ ਨੇ, ਲੇਕਿਨ ਮੁਰਝਾਉਂਦੇ ਨਹੀਂ ਗੇ। ਕਿਉਂ? ਕਿਉਂਕਿ ਸ਼ੁਰੂ ਤੋਂ ਲੈ ਕੇ ਉਹਨਾਂ ਨੂੰ ਆਦਤ ਪਈ ਹੋਈ ਆ ਪ੍ਰਤਿਆਵਿਆਂ ਦੀ, ਟੈਸਟਾਂ ਦੀ, ਮੁਸ਼ਕਲਾਂ ਦੀ, ਟਰਾਇਲਸ ਦੀ। ਆਮੇਨ। ਸੋ ਪ੍ਰਭੂ ਦੇ ਭੈਣੋ ਜਦੋਂ ਕੋਈ ਪ੍ਰਤਿਆਵਾ ਆਉਂਦਾ ਹੈ ਤੁਹਾਡੇ ਪਿੱਛੇ, ਤੁਹਾਡੀ ਜ਼ਿੰਦਗੀ 'ਚ, ਉਹਦੇ ਥਾਈਂ ਦੀ ਤੁਹਾਡੀ ਜ਼ਿੰਦਗੀ 'ਚ ਤਾਕਤ ਆ ਰਹੀ ਆ। ਪਰਮੇਸ਼ਰ ਪ੍ਰਤਿਆਵੇ ਨੂੰ ਭੇਜ ਕੇ ਤੁਹਾਨੂੰ ਤਕੜਾ ਕਰ ਦੇਗਾ, ਤੁਹਾਨੂੰ ਹੋਰ ਵੀ ਜ਼ਿਆਦਾ ਸਟਰੋਂਗ ਕਰ ਦੇਗਾ। ਪਰਮੇਸ਼ਰ ਦਾ ਵਚਨ ਆਪਾਂ ਨੂੰ ਇਸ ਤਰ੍ਹਾਂ ਦੱਸਦਾ ਆ ਕਿ ਆਪਾਂ ਜਾਣੀਏ ਉਸ ਟਰਾਇਲ ਦੇ ਪਿੱਛੇ, ਉਸ ਪ੍ਰਤਿਆਵੇ ਦੇ ਪਿੱਛੇ ਕਿੰਨੀ ਵੱਡੀ ਤਾਕਤ ਆ, ਜੋ ਤਾਕਤ ਪਰਮੇਸ਼ਰ ਤੁਹਾਨੂੰ ਦੇਣਾ ਚਾਹੁੰਦਾ ਹੈ। ਪੌਲੂਸ ਦੀ ਜ਼ਿੰਦਗੀ 'ਚ ਜੇ ਤੁਸੀਂ ਦੇਖੋ, ਪੌਲੂਸ ਇੰਨਾ ਜ਼ਿਆਦਾ ਤਕੜਾ ਬਣ ਗਿਆ ਸੀਗਾ ਰੂਹ ਦੇ ਵਿੱਚ, ਜਿਹਦੀ ਜ਼ਿੰਦਗੀ 'ਚ ਸਾਰੇ ਗਿਫਟਿੰਗਸ ਓਪਰੇਟ ਕਰਦੀਆਂ ਸੀ। ਪੌਲੂਸ ਨੇ ਖੁਦ ਮੁਰਦੇ ਜ਼ਿੰਦਾ ਕੀਤੇ। ਪੌਲੂਸ ਦੀ ਜ਼ਿੰਦਗੀ 'ਚੋਂ ਜ਼ਿੰਦਗੀ ਥਾਈਂ ਦੀ ਪਤਾ ਨਹੀਂ ਕਿੰਨੇ ਲੋਕਾਂ ਨੇ ਹੀਲਿੰਗ ਪ੍ਰਾਪਤ ਕੀਤੀ। ਪੌਲੂਸ ਦੀ ਜ਼ਿੰਦਗੀ ਦੇ ਵਿੱਚ ਐਸੇ ਐਕਸਪੀਰੀਅੰਸਿਸ ਹੋਏ। ਪ੍ਰਭੂ ਦਾ ਵਚਨ ਦੱਸਦਾ ਹੈ ਕਿ ਪੌਲੂਸ ਕਹਿ ਰਿਹਾ ਆ ਪਤਾ ਨਹੀਂ ਕਿੰਨੀ ਦਫਾ, ਸ਼ਾਇਦ 3 ਦਫਾ ਸਵਰਗ ਜਾ ਕੇ ਆਇਆ ਹੋ। ਉਹਨੂੰ ਆ ਵੀ ਨਹੀਂ ਪਤਾ ਵੀ ਸਰੀਰ 'ਚ ਜਾਂ ਬਿਨਾਂ ਸਰੀਰ ਤੋਂ, ਸ਼ਾਇਦ ਸਰੀਰ 'ਚ ਗਿਆ ਹੋਵੇ, ਰੱਬ ਨੂੰ ਚੱਕ ਕੇ ਲੈ ਗਿਆ ਸਵਰਗ ਦੇ ਵਿੱਚ ਸਰੀਰ 'ਚ। ਵਾਹ, ਕੀ ਜ਼ਬਰਦਸਤ ਤਾਕਤ ਪਰਮੇਸ਼ਰ ਦੀ, ਕਿੰਨੀ ਵੱਡੀ ਬਰਕਤ। ਲੇਕਿਨ ਚੇਤੇ ਤੁਹਾਨੂੰ ਜਦੋਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਨੇ ਉਹਨੂੰ ਬੁਲਾਇਆ ਸੀ, ਪਤਾ ਕੀ ਆਖਿਆ ਸੀਗਾ? ਜਦੋਂ ਪੌਲੂਸ ਅੰਨਾ ਹੋ ਗਿਆ ਸੀਗਾ ਤੇ ਪਰਮੇਸ਼ਰ ਨੇ ਭੇਜਿਆ ਸੀਗਾ ਆਪਣੇ ਇੱਕ ਸੇਵਕ ਨੂੰ ਵੀ ਜਾ ਕੇ ਉਹਦੇ ਤੇ ਪ੍ਰੇ ਕਰ। ਤੇ ਉਹਨੇ ਆਖਿਆ ਸੀਗਾ ਵੀ ਪ੍ਰਭੂ ਜੀ ਇਹ ਤਾਂ ਪਤਾ ਪੌਲੂਸ ਆ, ਮੈਂ ਸੁਣਿਆ ਕਿ ਤਾਂ ਲੋਕਾਂ ਨੂੰ ਮਰਵਾ ਰਿਹਾ ਹੈਗਾ ਆ, ਤੇਰੇ ਲੋਕਾਂ ਨੂੰ। ਤੇ ਪਰਮੇਸ਼ਰ ਨੇ ਕਿਹਾ ਸੀ ਉਸ ਬੰਦੇ ਨੂੰ ਕਿ ਨਹੀਂ, ਮੈਂ ਇਹਨੂੰ ਦੱਸੂਗਾ, ਦਿਖਾਊਂਗਾ ਕਿ ਮੇਰੇ ਖਾਤਰ ਇਹਨੇ ਕਿੰਨੇ ਦੁੱਖ ਸਹਿਣੇ ਨੇ। ਤੇ ਦੇਖੋ ਤੁਸੀਂ ਉਹ ਲਿਸਟ, ਕਿੰਨੀ ਦਫਾ ਜੇਲ੍ਹ ਜਾ ਕੇ ਆਇਆ, ਕਿੰਨੀ ਦਫਾ ਉਹਨੂੰ ਕੋੜੇ ਮਾਰੇ ਗਏ, ਕਿੰਨੇ ਦਫਾ ਉਹਨੂੰ ਡੰਡਿਆਂ ਨਾਲ ਕੁੱਟਿਆ ਗਿਆ, ਕਿੰਨੇ ਦਫਾ ਉਹਨੂੰ ਪਥਰਾਓ ਕੀਤਾ ਗਿਆ, ਮਰਿਆ ਹੋਇਆ ਸਮਝ ਕੇ ਛੱਡ ਦਿੱਤਾ ਗਿਆ, ਕਿੰਨੇ ਦਫਾ ਉਹਨੇ ਪਾਣੀਆਂ ਦੇ ਜਹਾਜ਼ ਦੇ ਵਿੱਚ ਮਰਦਾ ਬਚਿਆ, ਕਿੰਨੇ ਦਫਾ ਭੁੱਖਾਂ ਦੇ ਵਿੱਚ, ਕਿੰਨੀ ਦਫਾ ਚੋਰਾਂ ਦੇ ਵਿੱਚ, ਕਿੰਨੇ ਦਫਾ ਝੂਠੇ ਵਿਸ਼ਵਾਸੀਆਂ ਦੀ ਜ਼ਿੰਦਗੀ ਥਾਈਂ ਦੀ ਨਿਕਲਿਆ। ਕੈਸੀਆਂ ਮੁਸ਼ਕਿਲਾਂ, ਪ੍ਰਤਿਆਵੇ ਉਹਨੇ ਸਹੇ, ਲੇਕਿਨ ਆਖਿਰ 'ਚ ਜਾ ਕੇ ਐਸੀ ਤਾਕਤ ਪ੍ਰਾਪਤ ਕੀਤੀ ਜਿਸ ਤਾਕਤ ਦੇ ਨਾਲ 3 ਵਾਰ ਸਵਰਗ ਜਾ ਕੇ ਆਇਆ, ਜਿਸ ਤਾਕਤ ਦੇ ਨਾਲ
ਨਵੇਂ ਨੇਮ ਦਾ ਸਭ ਤੋਂ ਜ਼ਿਆਦਾ ਹਿੱਸਾ ਪੌਲੁਸ ਨੇ ਲਿਖਿਆ। ਸੋ ਪ੍ਰਭੂ ਦੇ ਬਣੋ, ਹਰ ਪਰਤਿਆਵੇ ਦੇ ਪਿੱਛੇ ਇੱਕ ਤਾਕਤ ਹੁੰਦੀ ਹੈ, ਇੱਕ ਸਟਰੈਂਥ ਹੁੰਦੀ ਹੈ ਜਿਹੜੀ ਪਰਮੇਸ਼ਰ ਤੁਹਾਨੂੰ ਦੇਣਾ ਚਾਹੁੰਦਾ ਹੈ। ਉਸ ਤਾਕਤ ਨੂੰ ਪ੍ਰਾਪਤ ਕਰਨ ਦੇ ਵਾਸਤੇ, ਉਸ ਬਰਕਤ ਨੂੰ ਪ੍ਰਾਪਤ ਕਰਨ ਦੇ ਵਾਸਤੇ ਪਰਮੇਸ਼ਰ ਦੇ ਇਮਾਮ ਦੇ ਵਿੱਚ ਤੇ ਪਰਮੇਸ਼ਰ ਦੇ ਗਿਆਨ ਦੇ ਵਿੱਚ ਐਕਟ ਕਰਨਾ ਬਹੁਤ ਜ਼ਰੂਰੀ ਹੈ। ਸੋ ਇਹ ਤਾਂ ਅਸੀਂ ਪ੍ਰਭੂ ਦੇ ਬਣੋ 5ਵੇਂ ਨੰਬਰ ਤੇ ਜੋ ਆਪਾਂ ਦੇਖਿਆ ਹੈਗਾ। 6ਵੇਂ ਨੰਬਰ ਤੇ ਆਪਾਂ ਦੇਖਾਂਗੇ ਕਿ ਹਰ ਪਰਤਿਆਵਾ, ਇਹ ਪਛਾਣੋ, ਇਹਨੂੰ ਜਾਣੋ, ਅੰਡਰਸਟੈਂਡ ਕਰੋ ਇਸ ਗੱਲ ਨੂੰ। 6ਵੇਂ ਨੰਬਰ ਤੇ ਹਰ ਪਰਤਿਆਵਾ ਪਰਮੇਸ਼ਵਰ ਦੇ ਹੱਥਾਂ ਦੇ ਵਿੱਚ ਇੱਕ ਬਹੁਤ ਵੱਡੀ ਅਪਰਚੂਨਿਟੀ ਹੈ ਆਪਣੀ ਸ਼ਕਤੀ ਦਿਖਾਉਣ ਦੇ ਵਾਸਤੇ। ਹਰ ਟੈਸਟਿੰਗ, ਹਰ ਪਰਤਿਆਵਾ, ਹਰ ਮੁਸ਼ਕਿਲ ਰੱਬ ਕੋਲੇ ਇੱਕ ਅਪਰਚੂਨਿਟੀ ਹੈ, ਰੱਬ ਕੋਲੇ ਇੱਕ ਮੌਕਾ ਹੈ। ਹਰ ਪਰਤਿਆਵਾ ਇੱਕ ਮੌਕਾ ਹੈ ਰੱਬ ਕੋਲੇ ਆਪਣੀ ਸ਼ਕਤੀ ਦਿਖਾਉਣ ਦਾ, ਆਪਣੇ ਚਮਤਕਾਰ ਦਿਖਾਉਣ ਦਾ, ਆਪਣੀ ਬਰਕਤ ਦਿਖਾਉਣ ਦਾ। ਪਰਮੇਸ਼ਰ ਵੀ ਦਿਖਾਵੇਗਾ। ਜੇ ਕੋਈ ਪਰਤਿਆਵਾ ਨਾ ਆਵੇ ਨਾ, ਜੇ ਕੋਈ ਟੈਸਟਿੰਗ ਨਾ ਆਵੇ, ਜੇ ਕੋਈ ਮੁਸ਼ਕਿਲ ਆਵੇ, ਪਰਮੇਸ਼ਰ ਕਿਸੇ ਵੀ ਤਰੀਕੇ ਦੇ ਨਾਲ ਆਪਣੀ ਸ਼ਕਤੀ ਨਹੀਂ ਦਿਖਾ ਸਕਦਾ। ਜੇ ਕੋਈ ਮਰੇਗਾ ਤਾਂ ਹੀ ਪਰਮੇਸ਼ਰ ਜਿਉਂਦਾ ਕਰੇਗਾ ਮੁਰਦਿਆਂ ਚੋਂ। ਜੇ ਕੋਈ ਬਿਮਾਰ ਹੋਏਗਾ ਤਾਂ ਹੀ ਪਰਮੇਸ਼ਰ ਉਹਨੂੰ ਚੰਗਾ ਕਰੇਗਾ। ਜੇ ਕਿਸੇ ਕੋਲੇ ਖਾਣ ਪੀਣ ਨੂੰ ਹੈ ਨਹੀਂ ਤਾਂ ਹੀ ਪਰਮੇਸ਼ਰ ਉਹਨੂੰ ਬਰਕਤ ਦੇਵੇਗਾ ਤੇ ਖਾਣ ਪੀਣ ਨੂੰ ਆਵੇਗਾ। ਜੇ ਜੇਬਾਂ ਖਾਲੀ ਨੇ ਤਾਂ ਹੀ ਪਰਮੇਸ਼ਰ ਉਹਦੀ ਜੇਬਾਂ ਭਰੇਗਾ ਤੇ ਬਰਕਤ ਦੇਵੇਗਾ। ਜਾਣੀ ਕਿ ਬਾਈਬਲ ਦੇ ਵਿੱਚ ਜਿੱਥੇ ਜਿੱਥੇ ਤੁਸੀਂ ਵੱਡੇ ਵੱਡੇ ਮਿਰਕਲਸ ਦੇਖੋ, ਵੱਡੀਆਂ ਵੱਡੀਆਂ ਸ਼ਕਤੀਆਂ ਰੱਬ ਦੀਆਂ ਦੇਖੋ ਉਤਰਦੀਆਂ, ਵੱਡੀਆਂ ਵੱਡੀਆਂ ਹੀਲਿੰਗਸ ਦੇਖੋ, ਵੱਡੀਆਂ ਵੱਡੇ ਪਰਮੇਸ਼ਰ ਦੇ ਚਿੰਨ੍ਹ ਦੇਖੋ, ਉੱਥੇ ਵੱਡੇ ਵੱਡੇ ਪਰਤਿਆਵੇ ਆਏ ਹੋਏ ਸੀਗੇ। ਲਾਜ਼ਰਸ ਮੁਰਦਿਆਂ ਤੋਂ ਜੀ ਉੱਠਿਆ, ਉਹ ਤਾਂ ਹੀ ਜੀ ਉੱਠਿਆ ਮੁਰਦਿਆਂ ਤੋਂ ਕਿਉਂਕਿ ਲਾਜ਼ਰਸ ਮਰ ਗਿਆ ਸੀਗਾ। ਬਾਈਬਲ ਦੇ ਵਿੱਚ ਲੋਕਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਜਿੱਥੇ ਜਿੱਥੇ ਕਿਸੇ ਨੇ ਕੋਈ ਸਵਾਲ ਕੀਤਾ ਸੀਗਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਨੂੰ ਕਿ ਪ੍ਰਭੂ ਜੀ ਇਹ ਅੰਨਾ ਕਾਹਤੋਂ ਹੋਇਆ, ਇਹਦੇ ਆਪਣੇ ਪਾਪਾਂ ਦੇ ਕਾਰਨ ਜਾਂ ਇਹਦੇ ਮਾਂ-ਬਾਪ ਦੇ ਪਾਪਾਂ ਦੇ ਕਾਰਨ? ਪਰਮੇਸ਼ਰ ਪ੍ਰਭੂ ਯਿਸੂ ਨੇ ਜਵਾਬ ਦਿੱਤਾ ਸੀਗਾ, ਇਹ ਤਾਂ ਹੋਇਆ, ਇਹ ਬਿਮਾਰੀ ਤਾਂ ਆਈ ਇਹਦੇ ਉੱਤੇ ਤਾਂ ਕਿ ਪਰਮੇਸ਼ਰ ਦਾ ਨਾਮ ਉੱਚਾ ਹੋ ਸਕੇ। ਪ੍ਰਭੂ ਨੇ ਉਹਨੂੰ ਠੀਕ ਕਰਤਾ। ਸਾਰੇ ਲੋਕਾਂ ਨੇ ਪ੍ਰਭੂ ਨੂੰ ਮਹਿਮਾ ਦਿੱਤੀ, ਪਰਮੇਸ਼ਰ ਨੂੰ ਜਲਾਲ ਦਿੱਤੀ। ਜਾਣੀ ਕਿ ਸਾਰੇ ਪਰਤਿਆਵੇ ਜਿਹੜੇ ਆਪਣੀ ਜ਼ਿੰਦਗੀ 'ਚ ਆਉਂਦੇ ਨੇ ਉਹ ਪਰਮੇਸ਼ਰ ਨੂੰ ਮਹਿਮਾ ਦੇਣ ਵਾਸਤੇ ਆਉਂਦੇ ਨੇ, ਪਰਮੇਸ਼ਰ ਨੂੰ ਜਲਾਲ ਦੇਣ ਵਾਸਤੇ ਆਉਂਦੇ ਨੇ, ਪਰਮੇਸ਼ਰ ਨੂੰ ਵਡਿਆਈ ਦੇਣ ਵਾਸਤੇ ਆਉਂਦੇ ਨੇ। ਉਹਦੇ ਨਾਲ ਨਾਲ ਪਰਮੇਸ਼ਰ ਦੀ ਸ਼ਕਤੀ, ਜਦੋਂ ਤੁਸੀਂ ਆਪਣੀਆਂ ਗਵਾਹੀਆਂ ਸ਼ੇਅਰ ਕਰਦੇ ਹੋ, ਤੁਹਾਡੀ ਜ਼ਿੰਦਗੀ 'ਚ ਪਰਮੇਸ਼ਰ ਨੇ ਆਹ ਕੀਤਾ, ਤੁਹਾਡੀ ਜ਼ਿੰਦਗੀ 'ਚ ਪਰਮੇਸ਼ਰ ਨੇ ਉਹ ਕੀਤਾ, ਵਾਓ ਪ੍ਰਭੂ ਤੇ ਭੈਣੋ, ਉਦੋਂ ਪਰਮੇਸ਼ਰ ਦੀ ਤਾਕਤ, ਉਹਦੀ ਪਾਵਰ ਲੋਕਾਂ ਤੱਕ ਨਜ਼ਰ ਆਉਂਦੀ ਹੈ ਤੁਹਾਡੇ ਪਰਤਿਆਵਿਆਂ ਥਾਈ ਦੀ। ਆਮੇਨ। ਸੋ ਪ੍ਰਭੂ ਦੇ ਭੈਣੋ, ਇਹ ਤਾਂ ਸੀਗਾ ਆਪਣਾ 6ਵਾਂ ਪੁਆਇੰਟ। 7ਵਾਂ ਪੁਆਇੰਟ ਦੇਖਾਂਗੇ ਆਪਾਂ, ਅਯੂਬ ਦੀ ਕਿਤਾਬ ਖੋਲਾਂਗੇ। ਅਯੂਬ ਚੈਪਟਰ 23 ਵਰਸ 10, ਯਾਨੀ ਕਿ ਜੋਬ 23 ਵਰਸ 10, ਜਿਹਦੇ ਵਿੱਚ ਆਪਾਂ ਪੜਾਂਗੇ ਕਿ ਪਰਤਿਆਵੇ ਤੁਹਾਡੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਦਾ ਕਰੈਕਟਰ ਡਿਵੈਲਪ ਕਰਦੇ ਨੇ। ਪਰਤਿਆਵੇ ਤੁਹਾਨੂੰ ਪ੍ਰਭੂ ਯਿਸੂ ਮਸੀਹ ਜੀ ਵਰਗਾ ਬਣਾ ਦੇਣਗੇ। ਪਰਤਿਆਵੇ ਤੁਹਾਡੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਦੀ ਵਰਗੀ ਭਾਵਨਾ ਕ੍ਰੀਏਟ ਕਰ ਦੇਣਗੇ। ਯਾਨੀ ਕਿ ਜਿਹੜਾ ਤੁਹਾਨੂੰ ਦੇਖੇਗਾ ਕਹੇਗਾ ਇਹ ਤਾਂ ਪ੍ਰਭੂ ਯਿਸੂ ਮਸੀਹ ਜੀ ਵਾਂਗੂ ਗੱਲਾਂ ਕਰਦਾ, ਇਹਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਨਜ਼ਰ ਆਉਂਦੇ ਨੇ। ਆਮੇਨ। ਪਰਤਿਆਵੇ ਹੀ ਨੇ ਜਿਹੜੇ ਪ੍ਰਭੂ ਯਿਸੂ ਵਰਗਾ, ਰੱਬ ਵਰਗਾ ਚਿਹਰਾ ਤੁਹਾਡੇ ਵਿੱਚ ਪਾ ਦੇਣਗੇ। ਪੜਾਂਗੇ ਅਯੂਬ, ਜੋਬ ਚੈਪਟਰ 23 ਵਰਸ 10। ਜੀ ਹਾਂ। ਪਰਮੇਸ਼ਰ ਮੇਰੇ ਹਰ ਰਾਹ ਨੂੰ ਜਾਣਦਾ ਹੈ ਅਤੇ ਜੇਕਰ ਉਹ ਮੈਨੂੰ ਪਰਖੇਗਾ ਤਾਂ ਮੈਂ ਬਿਲਕੁਲ ਪੂਰਾ ਉਤਰਾਂਗਾ। ਜੇ ਮੈਨੂੰ ਪਰਖੇਗਾ ਮੈਂ ਬਿਲਕੁਲ ਪੂਰਾ ਉਤਰਾਂਗਾ। ਜਾਣੀ ਕਿ ਪਰਖ ਹੈ ਜਿਹੜੀ ਆਪਾਂ ਨੂੰ ਪੂਰਾ ਬਣਾ ਦੇਗੀ, ਪੂਰਨ ਕਰ ਦੇਗੀ। ਇੱਕ ਰੱਬ ਦੀ ਪਰਖ ਹੀ ਹੈ, ਉਹਦੀ ਟਰਾਇਲਸ ਹੀ ਹੈ। ਦਾਊਦ ਕਹਿੰਦਾ ਸੀਗਾ, ਮੇਰੇ ਦਿਲ ਨੂੰ ਜਾਂਚ, ਮੈਨੂੰ ਪਰਖ, ਮੈਨੂੰ ਟੈਸਟ ਕਰ, ਮੈਨੂੰ ਪਰਤਿਆ, ਮੈਨੂੰ ਮੁਸ਼ਕਿਲਾਂ ਭੇਜ, ਮੈਨੂੰ ਚੈੱਕ ਕਰ ਕਿ ਮੇਰੇ ਵਿੱਚ ਕੋਈ ਗਲਤ ਚੀਜ਼ ਨਾ ਹੋਵੇ। ਪਰਤਿਆਵੇ ਹੀ ਨੇ ਜਿਹੜੇ ਆਪਣੇ ਵਿੱਚੋਂ ਦੀ ਸਾਰੀਆਂ ਗਲਤ ਚੀਜ਼ਾਂ ਕਰ ਦੇਣਗੇ, ਸਾਨੂੰ ਸਿੱਧੇ ਰਾਹ 'ਤੇ ਤੁਰਨ ਦੀ
ਬਖਸ਼ਿਸ਼ ਦੇਣਗੇ ਤਾਂ ਕਿ ਆਪਾਂ ਪ੍ਰਭੂ ਯਿਸੂ ਮਸੀਹ ਜੀ ਵਰਗੇ ਬਣ ਸਕੀਏ। ਸੋ ਪ੍ਰਭੂ ਦੇ ਮਨੋ ਇਹ ਤਾਂ ਸੀਗਾ 7ਵਾਂ ਪੁਆਇੰਟ। ਆਪਣਾ 8ਵਾਂ ਪੁਆਇੰਟ ਦੇਖਾਂਗੇ, ਪ੍ਰਤਿਆਵੇ ਨੇ ਜਿਹਦੇ ਨਾਲ ਤੁਸੀਂ ਮਿਲ ਸਕਦੇ ਹੋ। ਤੁਹਾਡੇ ਵਿੱਚ ਕਿੰਨੀ ਸਪਿਰਿਚੁਅਲ ਗਰੋਥ ਹੈ, ਰੂਹਾਨੀ ਤੌਰ ਤੇ ਤੁਸੀਂ ਕਿੰਨੇ ਗਰੋ ਕੀਤੇ ਗਏ ਹੋ, ਕੈਸੀ ਗਰੋਥ ਹੈ ਤੁਹਾਡੇ ਵਿੱਚ ਰੂਹਾਨੀ ਤੌਰ ਤੇ। ਇਹ ਤੁਹਾਡੀ ਫਾਸਟਿੰਗ ਦੇਖ ਕੇ ਨਹੀਂ ਪਤਾ ਲੱਗੇਗੀ, ਇਹ ਤੁਹਾਡੀ ਬਾਈਬਲ ਪੜ੍ਹਨ ਦੇਖ ਕੇ ਨਹੀਂ ਪਤਾ ਲੱਗੇਗੀ, ਤੁਹਾਡੀਆਂ ਪ੍ਰੇਅਰਾਂ ਸੁਣ ਕੇ ਨਹੀਂ ਪਤਾ ਲੱਗੇਗੀ। ਇਹ ਹਰ ਪ੍ਰਤਿਆਵੇ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਗੁਜ਼ਰਦੇ ਹੋ, ਹਰ ਪ੍ਰਤਿਆਵੇ ਨੂੰ ਤੁਸੀਂ ਕਿੱਦਾਂ ਲੈਂਦੇ ਹੋ, ਹਰ ਟਰਾਇਲ ਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ, ਉਹ ਦੇਖ ਕੇ ਪਤਾ ਲੱਗੇਗਾ ਤੁਹਾਨੂੰ। ਜਿਹੜਾ ਰੂਹਾਨੀ ਤੌਰ ਤੇ ਤਕੜਾ ਆ ਉਹ ਪ੍ਰਤਿਆਵੇ ਨੂੰ ਖੁਸ਼ੀ ਦੇ ਨਾਲ ਲਵੇਗਾ, ਪਰਮੇਸ਼ਰ ਦੇ ਗਿਆਨ ਦੇ ਨਾਲ ਲਵੇਗਾ ਤੇ ਇਮਾਨ ਦੇ ਨਾਲ ਅੱਗੇ ਵਧੇਗਾ ਤੇ ਪ੍ਰਭੂ ਨੂੰ ਜਿੱਤ ਦੇਣਗੇ ਤੇ ਉਹਨੂੰ ਆਸ਼ੀਰਵਾਦ ਦੇਣਗੇ। ਆਮੇਨ। ਲੇਕਿਨ ਜਿਹੜਾ ਪ੍ਰਤਿਆਵੇ ਆਉਣ ਤੇ ਇਮਾਨ ਦੇ ਨਾਲ ਐਕਟ ਨਾ ਕਰੇ, ਪ੍ਰਤਿਆਵੇ ਆਉਣ ਤੇ ਉਹ ਰੂਹ ਦੇ ਵਿੱਚ ਐਕਟ ਨਾ ਕਰੇ, ਤਾਂ ਉਹ ਆਪਣੇ ਆਪ ਨੂੰ ਮਿਣ ਸਕਦਾ ਆ ਵੀ ਉਹ ਕਿੰਨੇ ਕੁ ਪਾਣੀ 'ਚ ਆ, ਮਿਣ ਸਕਦਾ ਆ ਕਿ ਉਹ ਰੂਹਾਨੀ ਤੌਰ ਤੇ ਕਿੰਨਾ ਕੁ ਤਕੜਾ ਆ। ਹੁਣ ਮੈਂ ਆ ਵੀ ਨਹੀਂ ਕਹਿ ਰਿਹਾ ਕਿ ਜੇ ਪ੍ਰਤਿਆਵੇ ਨੇ ਬੜੇ ਸੌਖੇ ਹੋਣਗੇ। ਪ੍ਰਤਿਆਵੇ ਇਜ਼ ਨਾਟ ਗੋਇੰਗ ਟੂ ਬੀ ਈਟਿੰਗ ਆਈਸਕ੍ਰੀਮ। ਪ੍ਰਤਿਆਵੇ ਆਏ ਨਹੀਂ ਵੀ ਹੈ ਇੰਜੋਏ ਕਰੀਏ, ਨੋ, ਮੁਸ਼ਕਿਲ ਜ਼ਰੂਰ ਲੱਗੇਗੀ, ਤਕਲੀਫ ਜ਼ਰੂਰ ਹੋਵੇਗੀ, ਲੇਕਿਨ ਤੁਸੀਂ ਪਰਮੇਸ਼ਰ 'ਤੇ ਆਪਣਾ ਭਰੋਸਾ ਰੱਖੋ, ਪਰਮੇਸ਼ਰ 'ਤੇ ਆਪਣਾ ਈਮਾਨ ਰੱਖੋ, ਉਹ ਤੋਂ ਗਿਆਨ ਲੈ ਕੇ ਖੁਸ਼ੀ ਦੇ ਨਾਲ ਅੱਗੇ ਵਧੋ ਤੇ ਪ੍ਰਭੂ ਤੁਹਾਨੂੰ ਬਰਕਤ ਦੇਵੇਗਾ। ਲੇਕਿਨ ਹਾਂ, ਪ੍ਰਤਿਆਵਿਆਂ ਦੇ ਨਾਲ ਆਪਾਂ ਮਿਲ ਸਕਦੇ ਹਾਂ ਆਪਣੀ ਰੂਹਾਨੀ ਗਰੋਥ ਕਿੰਨੀ ਹੈਗੀ ਹੈ। ਸੋ ਪ੍ਰਭੂ ਦੇ ਬਣੋ, ਇਹ ਤਾਂ ਸੀਗਾ ਆਪਣਾ 8ਵਾਂ ਪੁਆਇੰਟ। 9ਵੇਂ ਪੁਆਇੰਟ ਦੇ ਵਿੱਚ ਆਪਾਂ ਦੇਖਾਂਗੇ ਅਬਰਾਨੀਆਂ ਦਾ 13ਵਾਂ ਚੈਪਟਰ ਤੇ 5ਵਾਂ ਵਰਸ ਦੇਖਾਂਗੇ, ਜਿਹਦੇ ਵਿੱਚ 9ਵੇਂ ਪੁਆਇੰਟ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਇਹ ਅੰਡਰਸਟੈਂਡ ਕਰ ਲੈਣਾ ਜ਼ਰੂਰੀ ਆ ਕਿ ਹਰ ਪ੍ਰਤਿਆਵੇ ਦੇ ਵਿੱਚ ਜਦੋਂ ਤੁਸੀਂ ਚੱਲੋਗੇ, ਹਰ ਪ੍ਰਤਿਆਵੇ ਦੇ ਵਿੱਚੋਂ ਜਦੋਂ ਤੁਸੀਂ ਗੁਜ਼ਰੋਗੇ, ਹਰ ਪ੍ਰਤਿਆਵੇ ਦੇ ਵਿੱਚ ਜਦੋਂ ਤੁਸੀਂ ਤੁਰੋਗੇ, ਤੁਹਾਡਾ ਰੱਬ ਕਦਮ ਕਦਮ ਤੇ ਤੁਹਾਡੇ ਨਾਲ ਹੋਵੇਗਾ। ਤੁਹਾਡਾ ਰੱਬ ਐਵਰੀ ਸਿੰਗਲ ਸਟੈਪ ਦੇ ਵਿੱਚ ਤੁਹਾਡੇ ਨਾਲ ਹੋਵੇਗਾ। ਯਾਨੀ ਕਿ ਤੁਸੀਂ ਇਕੱਲੇ ਨਹੀਂ ਹੋਵੋਗੇ, ਰੱਬ ਖੁਦ ਤੁਹਾਡੇ ਨਾਲ ਹੋਵੇਗਾ ਉਸ ਪ੍ਰਤਿਆਵੇ ਦੇ ਵਿੱਚ ਤੁਹਾਡੀ ਮਦਦ ਕਰਨ ਦੇ ਵਾਸਤੇ, ਤੁਹਾਡਾ ਸਹਾਰਾ ਬਣਨ ਦੇ ਵਾਸਤੇ। ਆਮੇਨ। ਜਦੋਂ ਪਰਮੇਸ਼ਰ ਦਾ ਸੇਵਕ ਜੇਲ੍ਹ ਦੇ ਵਿੱਚ ਸੀਗਾ, ਪ੍ਰਿਜ਼ਨ ਦੇ ਵਿੱਚ ਸੀਗਾ, ਤੇ ਪਰਮੇਸ਼ਰ ਜੋਸਫ ਦੀ ਗੱਲ ਕਰਦਾ ਹੈ, ਮੈਂ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਤੇ ਯਹੋਵਾ ਜੋਸਫ ਦੇ ਨਾਲ ਸੀ ਪ੍ਰਿਜ਼ਨ ਦੇ ਵਿੱਚ। ਯਹੋਵਾ ਵੀ ਖੁਦ ਪ੍ਰਿਜ਼ਨ ਦੇ ਵਿੱਚ ਸੀਗਾ ਜੋਸਫ ਦੇ ਨਾਲ, ਉਹਦੀ ਮਦਦ ਕਰਨ ਦੇ ਵਾਸਤੇ। ਕੱਲਾ ਨਹੀਂ ਛੱਡ ਦੇਗਾ ਵੀ ਜਾ ਤੂੰ ਕਰ ਆਪਣਾ ਟੈਸਟ ਆਪੇ ਹੀ, ਨਹੀਂ, ਤੁਹਾਡੇ ਨਾਲ ਹੋਵੇਗਾ, ਤੁਹਾਡੀ ਮਦਦ ਕਰੇਗਾ। ਆਮੇਨ। ਲੇਕਿਨ ਆਓ ਪੜ੍ਹੀਏ ਅਬਰਾਨੀਆਂ ਦਾ 13 ਦਾ 5ਵਾਂ ਵਰਸ, ਹੀਬਰੂ ਚੈਪਟਰ 13 ਵਰਸ 5। ਜੀ ਹਾਂ। ਤੁਹਾਡਾ ਜੀਵਨ ਧਨ ਦਾ ਲਾਲਚੀ ਨਾ ਬਣੇ, ਸਗੋਂ ਜੋ ਕੁਝ ਵੀ ਤੁਹਾਡੇ ਕੋਲ ਹੈ ਉਸ ਤੇ ਸੰਤੋਖ ਕਰੋ। ਪਰਮੇਸ਼ਰ ਨੇ ਆਪ ਕਿਹਾ ਹੈ, ਮੈਂ ਤੈਨੂੰ ਕਦੀ ਨਹੀਂ ਛੱਡਾਂਗਾ ਜਾਂ ਭੁੱਲਾਂਗਾ। ਕਈ ਵਾਰ ਧਨ ਦੇ ਲਾਲਚ ਵਿੱਚ ਆ ਕੇ ਬੰਦਾ ਪਰਮੇਸ਼ਰ ਦੀ ਪਟੜੀ ਤੋਂ ਥੱਲੇ ਉਤਰ ਜਾਂਦਾ ਹੈ, ਦੂਜੇ ਤਰੀਕੇ ਅਪਣਾਉਣੇ ਸ਼ੁਰੂ ਕਰ ਦਿੰਦਾ ਆ। ਲੇਕਿਨ ਪਰਮੇਸ਼ਰ ਦਾ ਵਚਨ ਕਹਿੰਦਾ ਆ, ਮੈਂ ਤੈਨੂੰ ਕਦੇ ਵੀ ਨਹੀਂ ਛੱਡਾਂਗਾ, ਮੈਂ ਤੈਨੂੰ ਕਦੇ ਵੀ ਨਹੀਂ ਤਿਆਗਾਂਗਾ, ਮੈਂ ਤੇਰੇ ਨਾਲ ਹੋਵਾਂਗਾ ਅੰਤ ਤੱਕ। ਆਮੇਨ। ਸੋ ਪ੍ਰਭੂ ਦੇ ਬਣੋ 10ਵੇਂ ਨੰਬਰ ਤੇ ਆਪਾਂ ਦੇਖਾਂਗੇ, ਜੇ ਪ੍ਰਤਿਆਵੇ ਦੇ ਬਾਰੇ ਦੇਖ ਰਹੇ ਹਾਂ, ਜੇ ਆਪਾਂ ਪਰਮੇਸ਼ਰ ਦੇ ਵਿੱਚ ਈਮਾਨ ਬਣਾਈ ਰੱਖੀਏ, ਪਰਮੇਸ਼ਰ ਖੁਦ ਸਾਨੂੰ ਇਹਨਾਂ ਪ੍ਰਤਿਆਵਾਂ ਦੇ ਵਿੱਚੋਂ ਦੀ ਗੁਜ਼ਾਰੇਗਾ, ਸਾਨੂੰ ਜਿੱਤ ਤੱਕ ਪਹੁੰਚਾਵੇਗਾ, ਸਾਨੂੰ ਵਿਕਟਰੀ ਤੱਕ ਪਹੁੰਚਾਵੇਗਾ। ਆਮੇਨ। ਇਹ 10ਵੀਂ ਚੀਜ਼ ਆ ਸਿੱਖਣ ਦੇ ਵਾਸਤੇ ਇਹਨਾਂ ਪ੍ਰਤਿਆਵਿਆਂ ਦੀ। ਜੇ ਈਮਾਨ ਦੇ ਵਿੱਚ ਤੁਰਾਂਗੇ, ਜੇ ਈਮਾਨ ਰੱਬ 'ਚ ਈਮਾਨ ਰੱਖਾਂਗੇ, ਤੇ ਇਹਨਾਂ ਪ੍ਰਤਿਆਵਿਆਂ ਦੇ ਵਿੱਚੋਂ ਸਰਵਾਈਵ ਕਰਨ ਦੇ ਵਿੱਚ ਪਰਮੇਸ਼ਰ ਸਾਡੀ ਮਦਦ ਕਰੇਗਾ। ਆਪਾਂ ਸਰਵਾਈਵ ਹੀ ਨਹੀਂ ਕਰਾਂਗੇ, ਬਲਕਿ ਉਹਨਾਂ ਪ੍ਰਤਿਆਵਿਆਂ ਦੇ ਵਿੱਚੋਂ ਦੀ ਜੇਤੂ ਬਣ ਕੇ ਬਾਹਰ ਨਿਕਲਾਂਗੇ। ਆਮੇਨ। ਸੋ ਪ੍ਰਭੂ ਦੇ ਬਣੋ, ਇਹ ਤਾਂ 10 ਚੀਜ਼ਾਂ ਸੀਗੀਆਂ ਪ੍ਰਤਿਆਵਿਆਂ ਨੂੰ ਸਹੀ ਤਰੀਕੇ ਦੇ ਨਾਲ ਅੰਡਰਸਟੈਂਡ ਕਰਨ ਦੀਆਂ। ਆਓ ਅੱਜ ਆਪਾਂ ਇੱਕ ਦੁਆ ਕਰੀਏ, ਉਸ ਦੁਆ ਦੇ ਵਿੱਚ ਪ੍ਰਭੂ ਤੋਂ ਮੰਗੀਏ
ਕਿ ਪ੍ਰਭੂ ਸਾਨੂੰ ਗਿਆਨ ਦੇਵੇ, ਸਾਨੂੰ ਵਿਜ਼ਡਮ, ਅਕਲ ਦੇਵੇ, ਤਾਂ ਕਿ ਇਹਨਾਂ ਪ੍ਰਤਿਆਵਿਆਂ ਦੇ ਵਿੱਚ ਅਸੀਂ ਐਕਟ ਕਰ ਸਕੀਏ ਗਿਆਨ ਦੇ ਨਾਲ, ਸਰੀਰਿਕ ਕਾਮਨਾਵਾਂ ਨਾਲ ਨਹੀਂ, ਗਲਤ ਤਰੀਕਿਆਂ ਦੇ ਨਾਲ ਨਹੀਂ, ਗਿਆਨ ਦੇ ਨਾਲ, ਤਾਂ ਕਿ ਜਿੱਤ ਪਰਮੇਸ਼ਰ ਦੀ ਹੋ। ਆਓ ਦੁਆ ਕਰੀਏ। ਪਰਮੇਸ਼ਰ ਪਿਤਾ, ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੈਂ ਹਰ ਇੱਕ ਭੈਣ, ਹਰ ਇੱਕ ਭਰਾ ਨੂੰ ਤੁਹਾਡੇ ਚਰਨ 'ਚ ਲੈ ਕੇ ਆਉਣਾ ਆ। ਮੈਂ ਦੁਆ ਕਰਦਾ ਜਿਹੜਾ ਪ੍ਰਭੂ ਜੀ ਦਾ ਵਚਨ ਅਸੀਂ ਸੁਣਿਆ ਹੈਗਾ, ਇੱਕ ਵਾਰ ਫਿਰ ਅਸੀਂ ਤੁਹਾਡੇ ਤੋਂ ਮਾਫੀ ਮੰਗਦੇ ਹਾਂ ਆਪਣੇ ਪਾਪਾਂ ਦੀ, ਤੇ ਦੁਆ ਕਰਦੇ ਹਾਂ ਸਾਨੂੰ ਆਪਣੇ ਪਵਿੱਤਰ ਲਹੂ ਦੇ ਨਾਲ ਧੋ ਕੇ ਸਾਫ਼ ਕਰੋ। ਤੇ ਸਾਡੇ ਬੇਨਤੀ ਹੈ ਪ੍ਰਭੂ ਜੀ ਕਿ ਅੱਜ ਦੇ ਵਚਨ ਦੇ ਮੁਤਾਬਿਕ ਕੋਈ ਵੀ ਭੈਣ ਭਰਾ, ਹਰ ਇੱਕ ਭੈਣ ਭਰਾ ਜਿਹੜਾ ਵੀ ਅੱਜ ਇੱਕ ਕਿਸੇ ਵੀ ਮੁਸ਼ਕਲ ਵਿੱਚੋਂ ਨਿਕਲ ਕੇ ਜਾ ਰਿਹਾ, ਕੋਈ ਪਰਤਾਵੇ ਵਿੱਚੋਂ ਨਿਕਲ ਕੇ ਜਾ ਰਿਹਾ, ਜਿਹੜੀਆਂ ਵੀ ਪ੍ਰੋਬਲਮਸ ਦੇ ਵਿੱਚੋਂ ਨਿਕਲ ਕੇ ਜਾ ਰਹੇ ਨੇ, ਜਿਹੜੀ ਟੈਸਟਿੰਗ ਵਿੱਚੋਂ ਨਿਕਲ ਕੇ ਜਾ ਰਹੇ ਨੇ, ਮੈਂ ਹਰ ਇੱਕ ਪਰਿਵਾਰ ਨੂੰ, ਮੈਂ ਹਰ ਜਿਸ ਤਰ੍ਹਾਂ ਦੀ ਵੀ ਟੈਸਟਿੰਗ ਵਿੱਚੋਂ ਨਿਕਲ ਕੇ ਜਾ ਰਹੇ ਨੇ, ਮੈਂ ਹਰ ਇੱਕ ਪਰਿਵਾਰ ਨੂੰ, ਹਰ ਇੱਕ ਭੈਣ ਨੂੰ, ਭਰਾ ਨੂੰ ਤੁਹਾਡੀ ਹਜ਼ੂਰੀ 'ਚ ਲੈ ਕੇ ਆਉਣਾ ਚਾਹੁੰਦਾ ਤੇ ਦੁਆ ਕਰਦਾ ਪਰਮੇਸ਼ਰ ਪਿਤਾ ਕਿ ਅੱਜ ਹੁਣੇ ਪਰਮੇਸ਼ਰ ਦਾ ਗਿਆਨ, ਪਵਿੱਤਰ ਆਤਮਾ ਦੀ ਅਕਲ, ਪਵਿੱਤਰ ਆਤਮਾ ਦੀ ਵਿਜ਼ਡਮ ਹਰ ਇੱਕ ਭੈਣ ਭਰਾ ਉੱਤੇ ਉਤਰੇ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ, ਤਾਂ ਕਿ ਅਸੀਂ ਪ੍ਰਭੂ ਜੀ ਜਦੋਂ ਐਕਟ ਕਰੀਏ ਈਮਾਨ ਨਾਲ ਐਕਟ ਕਰ ਸਕੀਏ, ਬਾਈ ਫੇਥ ਐਕਟ ਕਰ ਸਕੀਏ, ਵਿਜ਼ਡਮ ਦੇ ਨਾਲ ਐਕਟ ਕਰ ਸਕੀਏ, ਤੇ ਪ੍ਰਭੂ ਜੀ ਇਹਨਾਂ ਪ੍ਰਤਿਆਵਾਂ ਦੇ ਵਿੱਚੋਂ ਦੀ ਖੁਸ਼ੀ ਦੇ ਨਾਲ ਨਿਕਲ ਕੇ ਜਾ ਸਕੀਏ, ਤੇ ਪ੍ਰਭੂ ਜੀ ਜੇਤੂ ਠਹਿਰ ਸਕੀਏ, ਸਰਵਾਈਵ ਕਰ ਸਕੀਏ, ਤੇ ਪ੍ਰਭੂ ਜੀ ਉਸ ਮਕਸਦ ਤੱਕ ਪਹੁੰਚ ਸਕੀਏ। ਤੇ ਇਹਨਾਂ ਪ੍ਰਤਿਆਵਾਂ ਦੇ ਪਿੱਛੇ ਛੁਪੀ ਹੋਈ ਹਰ ਇੱਕ ਬਰਕਤ ਮੈਂ ਹਰ ਇੱਕ ਭੈਣ ਭਰਾ ਦੇ ਲਈ ਮੰਗਦਾ ਹਾਂ, ਹਰ ਇੱਕ ਆਸ਼ੀਰਵਾਦ ਮੈਂ ਹਰ ਇੱਕ ਭੈਣ ਭਰਾ ਦੇ ਲਈ ਮੰਗਦਾ ਹਾਂ, ਯਿਸੂ ਮਸੀਹ ਜੀ ਦੇ ਪਵਿੱਤਰ ਨਾਮ ਦੇ ਵਿੱਚ। ਆਮੇਨ, ਆਮੇਨ ਤੇ ਆਮੇਨ। ਅੱਜ ਤੋਂ ਬਾਅਦ ਭਰਾਵੋ ਤੇ ਭੈਣੋ, ਇਹਨਾਂ ਪ੍ਰਤਿਆਵਾਂ ਨੂੰ ਇੱਕ ਅਪਰਚੂਨਿਟੀ ਲੈਣੀ ਆ, ਇਹਨਾਂ ਨੂੰ ਇੰਝ ਲੈਣਾ ਜਿੱਦਾਂ ਇੱਕ ਮੌਕਾ ਨੇ ਅਗਲੀ ਕਲਾਸ ਵਿੱਚ ਜਾਣ ਦਾ, ਅਗਲੀ ਜਮਾਤ ਵਿੱਚ ਜਾਣ ਦਾ, ਵੱਡੀ ਬਰਕਤ ਤੱਕ ਪਹੁੰਚਣ ਦਾ। ਆਮੇਨ। ਕਿ ਪਰਮੇਸ਼ਰ ਪਿਤਾ ਦਾ ਪਿਆਰ, ਪ੍ਰਭੂ ਯਿਸੂ ਮਸੀਹ ਜੀ ਦੀ ਕਿਰਪਾ ਤੇ ਮਿਹਰ, ਪਵਿੱਤਰ ਆਤਮਾ ਦੀ ਸੰਗਤੀ ਤੁਹਾਡੇ ਸਭਨਾਂ ਨਾਲ ਹੋਵੇ ਹਮੇਸ਼ਾ, ਹਮੇਸ਼ਾ ਤੇ ਹਮੇਸ਼ਾ ਦੇ ਵਾਸਤੇ। ਆਮੇਨ।